सत पीतिया। श्लोक महला पहला दैत पास संतोख जप गंडी सतवट एह जनेऊ जी का ही का पंडित नाक ते नाम लगे ना जले ना जा धन सो सांस का जो गल चले पर चौक मुलन आया कै चौके पाया सिखा चढ़ाइया को ब्रह्म थिया ओह हुआ ओ चढ़ पाया वे लगा गया महला पहला। लख चूरियां लख जारियां लख कुड़ियां लख गाल लख चुगियां पहनामियां रात नसनीना तग कतिया बम मटिया बकरा खाया सतु के पा कोई पुराण सुखिए फिर पाइए नानक तद नाम टुटे तक में जोर महला पहला। नाय मने पतु जैसा लाही ससु नर जय पाइए तग ना टूट सपूत महला पहला। लग्न गरी तग्न नारी पाइपे थुक पोए नाड़ी तग्न पैरी तग्न हाथी तग्न दिहवा तग्न वे तगा वापे वते बढ़ता के उबरा कल मैं पहाड़ करे आगो कड़ कागल दसेरा सुन देखो लोका नहरेड़ा मन अंदा नाम सुधार और साइस देहा कृपा करे ता साइस कर ऐसे सेवा से जिसनो हुकुम बनाए से मन में परवा आकाश में कामिल पासी पर सुपरे धन चले आसो सल पासी आदर के पैदल आसी पैदल सत्य पैदल खाईसी लोड़ी साहिब दयाल कृपा करे ता साई कार कराईसी सो सेवक सेवा करे जिसनु हुकुम बनाईसी हुकुम मन्या होवे प्रमाण तक में का महल पाईसी कस्मे भावे सो करे मनु चिंदिया सो फल पाईसी तांदर के पैदा जाएसी तांदर के पैदा जाएसी कोई गावे रागी नग बेदी बात तारे हर हर भीजे राम राजे जिन अंतर कपट विकार है तिन्ना रोए क्या कीजे हर पर का सब किस जानदा सिर लोग भक्त भीजे जिन्ना नानक गुरमुखी दास अंतर पूजा पड़क कृपा संगम दुर्गा पढ़ाई छोटी देखवा खंडा नाम महल पहला। मानस खाने करे निवाज श्री उगायन तिन गलता तिन कर ब्राह्मण मुरे ना पे आवे कुड़ी रास उड़ा वापार करे शर्म कर्म का डेरा नानक कूड़ रहे पर फल मथे टिका तो तुझी का खान श्री कवि का सा नील वस्त्र हुए प्रमाण विस्तान ले तुझे प्राण पाख्या का कुत्था बकरा खाना चौके ऊपर किसे ना जा देखे चौंका कड़ी का राय बैठे कुड़िया मत पिटे सदा पिटे तन पिटे पीड़ करे मन पिटे दिल परे कहू नानक सच सत्य आई है सुच होवे ता सच पाई।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀਆਂ ਸੰਗਤਾਂ ਦਾ ਵਡਿਆਈ ਵਿਚਾਰ ਵਿੱਚ ਸਵਾਗਤ ਹੈ ਜੀ। ਅੱਜ ਜੈਸਮੀਨ ਕੌਰ ਜੀ ਅੱਜ ਦੀ ਵਡਿਆਈ ਵਿਚਾਰ ਨੂੰ ਕੰਡਕਟ ਕਰਨਗੇ ਤੇ ਜਦ ਤੱਕ ਉਹ ਆਉਂਦੇ ਨੇ ਉਦੋਂ ਤੱਕ ਅਸੀਂ ਅੱਜ ਦੇ ਸ਼ਲੋਕ ਪੜ੍ਹ ਲੈਂਦੇ ਹਾਂ। ਅੱਜ ਅਸੀਂ ਸ਼ਲੋਕ ਨੰਬਰ 113 ਤੋਂ 115 ਤੱਕ ਇਹ 3 ਸ਼ਲੋਕਾਂ ਦੀ ਵਿਚਾਰ ਕਰਾਂਗੇ। ਤੋ ਪਹਿਲੇ ਅਸੀਂ ਸ਼ਲੋਕ ਪੜ੍ਹਦੇ ਹਾਂ ਤੇ ਉਹਨਾਂ ਦੇ ਅਰਥ ਦੇਖਦੇ ਹਾਂ ਜੀ। ਕਬੀਰ ਸਭ ਜਗ ਹੋਂ ਫਿਰਿਓ, ਮਾਂਦਲ ਕੰਦ ਚੜਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਕਬੀਰ ਸਭ ਜਗ ਹੋਂ ਫਿਰਿਓ, ਮਾਂਦਲ ਕੰਡ ਚੜਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। मार्ग मोती बीथरे, अंधा निकस्यो आए, जोत बिना जगदीश की, जगत उलंघे जाए। मार्ग मोती बीथरे, अंधा निकस्यो आए, जोत बिना जगदीश की, जगत उलंघे जाए। बूढ़ा बंस कबीर का, उपजो पूत कमाल, हर का सिमरन छाड़ के, कर ले आया माल। बूढ़ा बंस कबीर का, उपजो पूत कमाल, हर का सिमरन छाड़ के, कर ले आया माल। मांदल ढोल कंध मोढिਆਂ ਉੱਤੇ ਚੜਾਏ ਰੱਖ ਕੇ। ਹੇ ਕਬੀਰ, ਢੋਲ ਮੋਢਿਆਂ ਤੇ ਰੱਖ ਕੇ ਮੈਂ ਵਜਾਂਦਾ ਫਿਰਿਆ ਹਾਂ ਤੇ ਸਾਰਾ ਜਗਤ ਗਾਹਿਆ ਹੈ। ਮੈਂ ਪੁੱਛਦਾ ਫਿਰਦਾ ਹਾਂ ਕਿ ਦੱਸੋ ਭਾਈ, ਇਸ ਰਾਜ ਭਾਗ ਮਹਿਲ ਮਾੜੀਆਂ ਸਾਕ ਸੰਬੰਧੀ ਵਿੱਚੋਂ ਕੋਈ ਤੋੜ ਨਿਭਣ ਵਾਲਾ ਸਾਥੀ ਵੀ ਕਿਸੇ ਨੇ ਵੇਖਿਆ ਹੈ? ਪਰ ਕਿਸੇ ਨੇ ਹਾਮੀ ਨਹੀਂ ਭਰੀ। ਕਾਹੂ ਕੋ ਕਿਸੇ ਦਾ, ਸਭ ਸਾਰੀ ਸ੍ਰਿਸ਼ਟੀ, ਠੋਕ ਬਜਾਏ ਚੰਗੀ ਤਰ੍ਹਾਂ ਪਰਖ ਕੇ। ਸੋ ਸਾਰੀ ਸ੍ਰਿਸ਼ਟੀ ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ, ਕੋਈ ਵੀ ਕਿਸੇ ਦਾ ਤੋੜ ਨਿਭਣ ਵਾਲਾ ਸਾਥੀ ਨਹੀਂ ਹੈ। ਅਸਲ ਸਾਥੀ ਸਿਰਫ ਪਰਮਾਤਮਾ ਦਾ ਨਾਮ ਹੈ। ਇਸ ਵਾਸਤੇ ਰਾਮ ਨਾ ਛੋਡੀਐ, ਤਨ ਤਨ ਜਾਏ ਤਾਂ ਜਾਓ। ਮਾਰਗ ਰਸਤੇ ਵਿੱਚ, ਬੀਥਰੇ ਖਿਲਰੇ ਹੋਏ ਹਨ, ਨਿਕਸਿਓ ਆਏ ਸਬੱਬ ਨਾਲ ਆ ਅਪੜਿਆ ਹੈ। ਪਰਮਾਤਮਾ ਦੇ ਗੁਣ ਮਾਨੋ ਮੋਤੀ ਹਨ ਜੋ ਇਨਸਾਨੀ ਜ਼ਿੰਦਗੀ ਦੇ ਸਫ਼ਰ ਦੇ ਰਸਤੇ ਵਿੱਚ ਖਿਲਰੇ ਹੋਏ ਹਨ। ਭਾਵ ਇਹ ਮੋਤੀ ਲੈਣ ਵਾਸਤੇ ਕੋਈ ਧਨ ਪਦਾਰਥ ਨਹੀਂ ਖਰਚਣਾ ਪੈਂਦਾ, ਪਰ ਇੱਥੇ ਗਿਆਨਹੀਨ ਅੰਨਾ ਮਨੁੱਖ ਆ ਅਪੜਿਆ ਹੈ। ਜੋਤ ਚਾਨਣ, ਜਗਦੀਸ਼ ਜਗਤ ਈਸ, ਜਗਤ ਦਾ ਮਾਲਕ ਪ੍ਰਭੂ, ਉਲੰਘੇ ਜਾਏ ਉਲੰਘਦਾ ਜਾ ਰਿਹਾ ਹੈ। ਉਹਨਾਂ ਮੋਤੀਆਂ ਨੂੰ ਪੈਰਾਂ ਹੇਠ ਲਤਾੜਦਾ ਜਾ ਰਿਹਾ ਹੈ। ਪਰਮਾਤਮਾ ਦੀ ਬਖਸ਼ੀ ਹੋਈ ਗਿਆਨ ਦੀ ਜੋਤ ਤੋਂ ਬਿਨਾਂ ਜਗਤ ਇਹਨਾਂ ਮੋਤੀਆਂ ਨੂੰ ਪੈਰਾਂ ਹੇਠ ਲਤਾੜਦਾ ਤੁਰਿਆ ਜਾ ਰਿਹਾ ਹੈ। ਮਨੁੱਖ ਨੂੰ ਪਰਮਾਤਮਾ ਦੀ ਸਿਫਤ ਸਲਾਹ ਕਰਨ ਦੀ ਕਦਰ ਨਹੀਂ ਪੈਂਦੀ। ਪ੍ਰਭੂ ਆਪ ਹੀ ਮਿਹਰ ਕਰੇ ਤਾਂ ਇਹ ਜੀਵ ਗੁਣ ਗਾ ਸਕਦਾ ਹੈ। ਬੂਢਾ ਡੁੱਬ ਗਿਆ, ਬੰਸ ਖਾਨਦਾਨ ਕੁਲ, ਅੱਖਾਂ ਕੰਨ ਨੱਕ ਆਦਿਕ ਸਾਰੇ ਗਿਆਨ ਇੰਦਰੇ, ਟੱਬਰ ਉਪਜਿਓ ਪ੍ਰਗਟ ਹੋ ਪਿਆ, ਇਸ ਹਾਲਤ ਤੇ ਅਪੜ ਗਿਆ। ਪੂਤ ਪੁੱਤਰ ਜਾਂ ਮਨ, ਕਮਲ ਕਾਮਲ, ਲਾਇਕ ਅਜਬ ਲਾਇਕ, ਭਾਵ ਨਲਾਇਕ ਜਾਂ ਮੂਰਖ। ਹੈ ਗਏ ਬਾਹਨ ਸਗਨ ਕੰਨ ਅਤੇ ਲਾਖ ਤਜਾਂ ਵਿੱਚੋਂ ਕੋਈ ਕਾਹੂ ਕੋ ਨਹੀਂ। ਇਹ ਗੱਲ ਮੈਂ ਡਿੱਠੀ ਟੋਕ ਬਜਾਏ। ਫਿਰ ਬੀਜੇ ਮੇਰਾ ਮੂਰਖ ਮਨ ਨੀਵੀਂ ਅਵਸਥਾ ਤੇ ਆ ਅਪੜਿਆ ਹੈ, ਤਾਂ ਮੈਂ ਕਬੀਰ ਦਾ ਸਾਰਾ ਹੀ ਟੱਬਰ, ਅੱਖਾਂ ਕੰਨ ਨੱਕ ਆਦਿਕ ਸਾਰੇ ਹੀ ਇੰਦਰੀਆਂ ਦਾ ਟੋਲਾ ਵਿਕਾਰਾਂ ਵਿੱਚ ਜ਼ਰੂਰ ਡੁੱਬ ਗਿਆ ਜਾਣੋ। ਘਰ ਘਰ ਵਿੱਚ, ਹਿਰਦੇ ਵਿੱਚ, ਆਪਣੇ ਅੰਦਰ ਮਾਲ ਧਨ ਧਨ ਦੀ ਲਾਲਸਾ, ਮਾਇਆ ਦਾ ਮੋਹ। ਕਿਉਂਕਿ ਪਰਮਾਤਮਾ ਦਾ ਸਿਮਰਨ ਛੱਡ ਕੇ ਮੈਂ ਆਪਣੇ ਅੰਦਰ ਮਾਇਆ ਦਾ ਮੋਹ ਵਸਾ ਲਿਆ ਹੈ।
आई होप जैस्मिन कौर जी ज्वाइन कर गए होंगे। जे कर गए ने तो मैं बेनती करदा कि वो अगे चलान जी। वाहिगुरु जी का खालसा वाहिगुरु जी की फतेह जी। ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਵਡਿਆਈ ਵਿਚਾਰ ਵਿੱਚ। ਤੇ ਹੁਣੇ ਆਪਾਂ ਸ਼ਲੋਕ ਜਿਹੜੇ ਪੜ੍ਹੇ ਨੇ ਤਿੰਨ ਕਬੀਰ ਜੀ ਦੇ, ਉਹ ਨੇ ਜੀ, ਕਬੀਰ ਸਭ ਜਗ ਹੋਂ ਫਿਰਿਓ, ਮਾਂਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਵਜਾਏ। ਤੇ ਇਸ ਫਰਮਾਨ ਵਿੱਚ ਕਬੀਰ ਜੀ ਸਾਨੂੰ ਦੱਸ ਰਹੇ ਨੇ ਕਿ ਜਿਹੜੇ ਕਬੀਰ ਜੀ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਨੇ, ਇਹਦੇ ਵਿੱਚ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਕੇ ਦੱਸ ਰਹੇ ਨੇ ਕਿ ਮੈਂ ਸਾਰੀ ਦੁਨੀਆ ਘੁੰਮ ਲਈ ਹੈ, ਪਰ ਮੈਨੂੰ ਐਸਾ ਇੱਕ ਆਦਮੀ ਨਹੀਂ ਨਜ਼ਰ ਆਇਆ ਜਿਹੜਾ ਮੇਰੀ ਜਿੱਤੇ ਅਸੀਂ ਵਿਸ਼ਵਾਸ ਕਰ ਸਕੀਏ, ਅਸੀਂ ਟਰਸਟ ਕਰ ਸਕੀਏ ਤੇ ਉਹ ਟਰਸਟ ਨੂੰ ਪੂਰਾ ਕਰੇ। ਤੇ ਅਸੀਂ ਦੇਖਿਆ ਕਈ ਵਾਰੀ ਦੇਖਿਆ ਹੀ ਹੋਇਆ ਕਿ ਕਦੀ ਕਦੀ ਜਿਹੜੇ ਜਦੋਂ ਇੱਕ ਦੋ ਪੇਰੈਂਟਸ ਨੇ, ਮਾਂ-ਬਾਪ, ਉਹ ਆਪਣੇ ਬੱਚੇ ਨੂੰ ਵੱਡਾ ਕਰਦੇ ਨੇ ਤੇ ਉਹ ਬੱਚਾ ਕਹਿੰਦਾ ਹੈ ਮੈਂ ਤੁਹਾਡੀ ਜ਼ਿੰਦਗੀ ਭਰ ਮਦਦ ਕਰੂੰਗਾ, ਤੁਹਾਨੂੰ ਆਪਣੇ ਨਾਲ ਰੱਖੂੰਗਾ, ਖੁਸ਼ ਰੱਖੂੰਗਾ। ਪਰ ਅਸੀਂ ਕਦੀ ਕਦੀ ਦੇਖ ਹੀ ਲੈਂਦੇ ਹਾਂ ਕਿ ਉਹ ਆਪਣੇ ਪੇਰੈਂਟਸ ਦੀ ਸੰਭਾਲ ਨਹੀਂ ਕਰ ਪਾਉਂਦਾ ਤੇ ਉਹਨਾਂ ਨੂੰ ਕਿਤੇ ਹੋਰ ਛੱਡ ਆਉਂਦਾ ਹੈ। ਤਾਂ ਐਵੇਂ ਹੀ ਕਬੀਰ ਜੀ ਸਾਨੂੰ ਦੱਸ ਰਹੇ ਨੇ ਕਿ ਇੱਥੇ ਕੋਈ ਵੀ ਰਿਸ਼ਤਾ, ਕੋਈ ਵੀ ਆਦਮੀ ਟਰਸਟਵਰਦੀ ਨਹੀਂ ਹੈ। ਤੇ ਨਾ ਇੱਕ ਹੋਰ ਐਗਜ਼ਾਮਪਲ ਹੈ ਜੀ ਕਿ ਲੋਕੀ ਜਦ ਅਸੀਂ ਮੁਸੀਬਤ 'ਚ ਹੁੰਦੇ ਹਾਂ, ਜਦੋਂ ਸਾਡੇ ਕੋਲ ਅਸੀਂ ਬਹੁਤ ਖੁਸ਼ ਹੁੰਦੇ ਹਾਂ ਤੇ ਲੋਕੀ ਸਾਨੂੰ ਕਹਿੰਦੇ ਨੇ ਕਿ ਜੋ ਵੀ ਹੋ ਜੇ ਮੈਂ ਤੇਰੇ ਨਾਲ ਖੜਾ। ਪਰ ਜਦ ਵੀ ਕੋਈ ਮੁਸੀਬਤ ਆਉਂਦੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਉਹ ਮੁਸੀਬਤ ਨਹੀਂ ਹੱਲ ਕਰ ਸਕਦੇ ਤਾਂ ਉਹ ਪਿੱਠ ਦਿਖਾ ਕੇ ਚਲੇ ਜਾਂਦੇ ਨੇ। ਤਾਂ ਇਹ ਕਬੀਰ ਜੀ ਸਾਨੂੰ ਇਸ ਸ਼ਲੋਕ ਵਿੱਚ ਇਹੀ ਸਮਝਾ ਰਹੇ ਨੇ ਕਿ ਕੋਈ ਬੰਦਾ ਟਰਸਟਵਰਦੀ ਨਹੀਂ ਹੈ, ਸਿਰਫ ਇੱਕ ਪ੍ਰਭੂ ਦਾ ਨਾਮ ਹੀ ਹੈ ਜਿੱਤੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ, ਜਿਹੜਾ ਸਾਨੂੰ ਸਾਡੀ ਸਾਰੀ ਮੁਸੀਬਤਾਂ ਤੋਂ ਕੱਢੇਗਾ। ਤੇ ਇੱਕ ਫਰਮਾਨ ਵੀ ਹੈ ਜੀ, ਮੈਂ ਚਾਰੇ ਕੁੰਡਾ ਪਾ ਲੀਆਂ, ਤੁਧ ਜੇਵੜ ਨਾ ਸਾਈਆਂ। ਤੇ ਜਿਹੜਾ ਦੂਸਰਾ ਸ਼ਲੋਕ ਹੈ, ਮਾਰਗ ਮੋਤੀ ਬੀਥ ਰੇ, ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ, ਜਗਤ ਉਲੰਘੇ ਜਾਏ। ਇਸ ਵਿੱਚ ਕਬੀਰ ਜੀ ਦੱਸ ਰਹੇ ਨੇ ਕਿ ਜਿਹੜਾ ਸਾਡਾ ਲਾਈਫ ਹੈ, ਸਾਡਾ ਜਿਹੜਾ ਰਸਤਾ ਹੈ ਲਾਈਫ ਡਿਵਿਨਿਟੀ ਦਾ, ਉੱਤੇ ਰੱਬ ਵੱਲ ਜਾਣ ਦਾ ਜਿਹੜਾ ਰਸਤਾ ਹੈਗਾ, ਉਹਦੇ ਸਾਰੇ ਰਸਤੇ ਵਿੱਚ ਮੋਤੀ ਵਿਛੇ ਹੋਏ ਨੇ ਤੇ ਅਸੀਂ ਅੰਨੇ ਬਣ ਕੇ ਜਾ ਰਹੇ ਹੈਗੇ ਆ। ਤੇ ਉਹ ਜਿਹੜੇ ਮੋਤੀ ਨੇਗੇ ਉਹਨਾਂ ਵੱਲ ਦੇਖ ਵੀ ਨਹੀਂ ਰਹੇ ਤੇ ਉਹ ਮੋਤੀ ਨੂੰ ਆਪਣੇ ਪੈਰਾਂ ਤੇ ਥੱਲੇ ਦਬਾ ਕੇ ਅਸੀਂ ਜਾਈ ਜਾ ਰਹੇ ਹਾਂ। ਤੇ ਉਹ ਇਹ ਵੀ ਦੱਸ ਰਹੇ ਨੇ ਨਾਲ ਕਿ ਜਿਹੜਾ ਰੱਬ ਦਾ ਨਾਮ, ਸਾਡੇ ਕੋਲ ਸਾਰੇ ਸਾਧਨ ਹੈਗੇ ਨੇ ਪਰ ਅਸੀਂ ਫਿਰ ਵੀ ਨਹੀਂ ਜਪ ਰਹੇ। ਸਾਨੂੰ ਪਤਾ ਵੀ ਹੈ ਕਿ ਰੱਬ ਦਾ ਨਾਮ ਜਪਣਾ ਚਾਹੀਦਾ ਹੈ, ਅਸੀਂ ਫਿਰ ਵੀ ਨਹੀਂ ਜਪ ਰਹੇ। ਤੇ ਉਹ ਕਬੀਰ ਜੀ ਜਿਵੇਂ ਕਹਿ ਰਹੇ ਨੇ ਕਿ ਤੁਹਾਨੂੰ ਪਤਾ ਵੀ ਹੈ ਕਿ ਇੱਕ ਹੀ ਰਸਤਾ ਹੈ ਇਸ ਸੰਸਾਰ ਨੂੰ ਪਾਰ ਜਾਣ ਦਾ, ਤੁਸੀਂ ਤਾਂ ਵੀ ਨਹੀਂ ਉਹ ਕਰ ਰਹੇ। ਫਿਰ ਤਾਂ ਤੁਹਾਡੇ ਤੇ ਲਾਨਤ ਹੀ ਹੈ ਕਿ ਤੁਹਾਡਾ ਜਿਹੜਾ ਜਨਮ ਹੈ ਉਹ ਇੰਨਾ ਅਨਮੋਲ ਹੈ, ਤੁਸੀਂ ਉਹਨੂੰ ਕਿਸੇ ਹੋਰ ਕੰਮਾਂ ਲਈ ਵੇਸਟ ਕਰ ਰਹੇ ਹੋ। ਕਿ ਜਿਵੇਂ ਫਰਮਾਨ ਹੈ ਜੀ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਤੇ ਇੱਕ ਹੋਰ ਫਰਮਾਨ ਹੈ ਜੀ ਇਹਦੇ ਨਾਲ, ਰੈਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ ਕੇ। ਕਿ ਅਸੀਂ ਸਵੇਰ ਆਪਣਾ ਐਵੇਂ ਗਵਾ ਦਿੰਦੇ ਹਾਂ ਸੋ ਕੇ, ਤੇ ਅਸੀਂ ਰਾਤ ਆਪਣੀ ਸੋ ਕੇ ਗੁਜ਼ਾਰ ਦਿੰਦੇ ਹਾਂ ਤੇ ਆਪਣਾ ਦਿਨ ਜਿਹੜਾ ਉਹ ਖਾ ਪੀ ਕੇ। ਤਾਂ ਅਸੀਂ ਹੋਰ ਕੋਈ ਕੰਮ ਕਰਦੇ ਹੀ ਨਹੀਂ ਆ ਜਾਂ ਫਿਰ ਆਪਣਾ ਟਾਈਮ ਵੇਸਟ ਕਰਦੇ ਰਹਿੰਦੇ ਹਾਂ। ਤੇ ਇੱਕ ਸਟੋਰੀ ਵੀ ਮੈਂ ਸ਼ੇਅਰ ਕਰਨਾ ਚਾਹਾਂਗੀ ਜੀ ਸਭ ਨਾਲ ਕਿ ਇੱਕ ਨਾ ਰਿਪੋਰਟਰ ਹੁੰਦਾ ਹੈ ਤੇ ਉਹ ਨਾ ਇੱਕ ਬਹੁਤ ਹੀ ਓਲਡ ਏਜ ਹੋਮ ਜਾਂਦਾ ਹੈ, ਅਨਾਥ ਆਸ਼ਰਮ ਜਾਂਦਾ ਹੈ। ਤੇ ਉੱਥੇ ਨਾ ਬਹੁਤ ਜ਼ਿਆਦਾ ਇੱਕ ਬੁੱਢਾ ਆਦਮੀ ਬੈਠਾ ਹੁੰਦਾ ਹੈ, ਬਹੁਤ ਹੀ ਜ਼ਿਆਦਾ ਬੁੱਢਾ ਹੁੰਦਾ ਹੈ। ਤੇ ਉਹ ਰਿਪੋਰਟਰ ਨੂੰ ਕੋਈ ਵਧੀਆ ਜਿਹੀ ਸਟੋਰੀ ਚਾਹੀਦੀ ਹੈਗੀ ਹੈ ਕਿ ਉਹ ਵਧੀਆ ਜਿਹੀ ਸਟੋਰੀ ਛਾਪੇ ਤੇ ਲੋਕੀ ਉਹਦੀ ਸਟੋਰੀ ਪੜ੍ਹਨ। ਤਾਂ ਫਿਰ ਉਹ ਨਾ ਉਸ ਆਦਮੀ ਨੂੰ ਪੁੱਛਦਾ ਹੈ ਕਿ
ਪਹਿਲਾਂ ਉਹਨੂੰ ਬੁਲਾਉਂਦਾ ਹੈ ਵਧੀਆ ਤਰ੍ਹਾਂ, ਫਿਰ ਉਹਨੂੰ ਪੁੱਛਦਾ ਹੈ ਕਿ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਏਗਾ ਕਿ ਤੁਹਾਨੂੰ ਪਤਾ ਚੱਲੇ ਕਿ ਤੁਹਾਨੂੰ ਹੁਣੇ ਇੱਕ ਲੈਟਰ ਮਿਲਿਆ ਹੈ ਤੁਹਾਡੇ ਬਹੁਤ ਹੀ ਕਰੀਬੀ ਰਿਸ਼ਤੇਦਾਰ ਦਾ, ਜਿਹਦੇ ਵਿੱਚ ਉਸਨੇ ਲਿਖਿਆ ਕਿ ਉਹ ਤੁਹਾਨੂੰ $10 ਮਿਲੀਅਨ ਛੱਡ ਕੇ ਜਾ ਰਿਹਾ ਹੈ, ਕਿ ਉਹ ਆਪਣੀ ਡੈਥ ਤੋਂ ਬਾਅਦ ਤੁਹਾਡੇ ਲਈ $10 ਮਿਲੀਅਨ ਛੱਡ ਕੇ ਜਾ ਰਿਹਾ ਹੈ, ਤਾਂ ਤੁਹਾਨੂੰ ਕਿਹੋ ਜਿਹਾ ਫੀਲ ਹੋਏਗਾ, ਤੁਸੀਂ ਕੀ ਕਰੋਗੇ? ਤਾਂ ਉਹ ਹੱਸ ਕੇ ਜਵਾਬ ਕਹਿੰਦਾ ਕਿ ਭਾਵੇਂ ਉਹ 10 ਮਿਲੀਅਨ ਛੱਡੇ, ਭਾਵੇਂ 1 ਰੁਪਿਆ ਛੱਡੇ, ਮੈਂ ਤਾਂ ਵੀ 95 ਸਾਲਾਂ ਦਾ ਹੀ ਰਵਾਂਗਾ, ਕਿ ਮੈਂ ਉਹ ਟਾਈਮ ਵਾਪਸ ਨਹੀਂ ਲਿਆ ਸਕਦਾ ਪੈਸਿਆਂ ਕਰਕੇ, ਕਿ ਜਿਹੜੇ ਮੇਰਾ ਟਾਈਮ ਜਾ ਚੁੱਕਾ ਹੈਗਾ, ਮੈਂ ਪੈਸੇ ਖਰਚ ਕਰਨ ਲਈ ਉਹ ਟਾਈਮ ਨੂੰ ਪਿੱਛੇ ਨਹੀਂ ਲਿਆ ਸਕਦਾ, ਤੇ ਮੈਂ ਪੈਸੇ ਖਰਚ ਕੇ ਅਸੀਂ ਕੋਈ ਵੀ ਕੰਮ ਕਰਨ ਲਈ ਆਪਣੇ ਪਾਸਟ ਵਿੱਚ ਨਹੀਂ ਜਾ ਸਕਦੇ, ਅਸੀਂ ਆਪਣੇ ਈਅਰਸ ਜਿਹੜੇ ਅਸੀਂ ਕੱਟਦੇ ਨੇ ਉਹ ਅਸੀਂ ਰਿਵਰਸ ਨਹੀਂ ਕਰ ਸਕਦੇ, ਤੇ ਅਸੀਂ ਪੈਸੇ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ। ਇਹੀ ਪੈਸੇ ਵਾਲੀ ਗੱਲ ਕਬੀਰ ਜੀ ਵੀ ਕਰ ਰਹੇ ਨੇ ਤੀਸਰੇ ਸ਼ਲੋਕ ਵਿੱਚ, ਕਿ ਬੂढ़ा ਬੰਸ ਕਬੀਰ ਕਾ ਉਪਜਿਓ ਭੂਤ ਕਮਾਲ, ਹਰ ਕਾ ਸਿਮਰਨ ਛਾੜ ਕੇ ਕਰ ਲੈ ਆਇਆ ਮਾਲ, ਕਿ ਅਸੀਂ ਸਿਮਰਨ ਸਾਨੂੰ ਸਿਮਰਨ ਪਤਾ ਵੀ ਹੈ ਅਸੀਂ ਕਰਨਾ ਹੈ, ਪਰ ਅਸੀਂ ਸਿਮਰਨ ਸਭ ਛੱਡ ਕੇ ਅਸੀਂ ਪੈਸੇ ਪਿੱਛੇ ਲੱਗੇ ਹੋਏ ਆ, ਤੇ ਅਸੀਂ ਰੱਬ ਨੂੰ ਬਿਲਕੁਲ ਹੀ ਭੁਲਾ ਬੈਠੇ ਆ। ਤੇ ਉਹੀ ਸਟੋਰੀ ਮੈਂ ਕੰਟੀਨਿਊ ਕਰਦੀ ਹਾਂ ਜੀ, ਕਿ ਅਸੀਂ ਪੈਸਿਆਂ ਨੂੰ ਜ਼ਿਆਦਾ ਪ੍ਰੈਫਰੈਂਸ ਦੇ ਦਿੰਦੇ ਆ ਟਾਈਮ ਨਾਲੋਂ, ਕਿ ਸਾਨੂੰ ਪਤਾ ਹੈ ਕਿ ਸਾਡੇ ਕੋਲ ਸਮਾਂ ਥੋੜਾ ਹੈ, ਟਾਈਮ ਘੱਟ ਹੈ, ਤੇ ਪਰ ਤਾਂ ਵੀ ਸਾਨੂੰ ਸਭ ਨੂੰ ਪਤਾ ਤਾਂ ਹੈ ਕਿ ਟਾਈਮ ਜ਼ਿਆਦਾ ਇੰਪੋਰਟੈਂਟ ਹੈ, ਪਰ ਫਿਰ ਵੀ ਅਸੀਂ ਪੈਸਿਆਂ ਨੂੰ ਹੀ ਇੰਪੋਰਟੈਂਸ ਜ਼ਿਆਦਾ ਦਿੰਦੇ ਆ, ਅਸੀਂ ਪੈਸਾ ਦੀ ਹੀ ਜ਼ਿਆਦਾ ਕਰਦੇ ਆ। ਤੇ ਜਿਵੇਂ 2 ਵਰਡਸ ਨੇ ਜੀ ਇੰਗਲਿਸ਼ ਦੇ, ਇੱਕ ਵਰਥ ਤੇ ਇੱਕ ਪ੍ਰਾਈਸ, ਉਹਨਾਂ ਦੋਨਾਂ ਦਾ ਸੇਮ ਮਤਲਬ ਹੈ ਕੀਮਤ, ਪਰ ਜੇ ਅਸੀਂ ਉਹਨਾਂ ਨਾਲ ਲੈਸ ਲਗਾ ਦਈਏ, ਵਰਥ ਲੈਸ ਤੇ ਪ੍ਰਾਈਸ ਲੈਸ, ਉਹ ਬਿਲਕੁਲ ਹੀ ਡਿਫਰੈਂਟ ਆਪੋਜ਼ਿਟ ਵਰਡਸ ਬਣ ਜਾਂਦੇ ਨੇ, ਜਿਨ੍ਹਾਂ ਦੇ ਆਪੋਜ਼ਿਟ ਮੀਨਿੰਗਸ ਨੇ। ਕਿ ਜੇ ਅਸੀਂ ਆਪਣੀ ਲਾਈਫ ਜਿਹੜੀ ਅਸੀਂ ਲਾਈਫ ਹੈ, ਜਿਹੜੇ ਅਸੀਂ ਪੈਸੇ ਕਮਾਏ ਨੇ, ਉਹ ਅਸੀਂ ਆਪਣੀ ਲਾਈਫ ਵਿੱਚ ਉਸਨੂੰ ਵਧੀਆ ਕਰਨ ਲਈ, ਲਾਈਫ ਨੂੰ ਵਧੀਆ ਸੁਧਾਰਨ ਲਈ ਜੇ ਅਸੀਂ ਖਰਚ ਕਰ ਰਹੇ ਹਾਂ, ਉਹਨੂੰ ਆਪਣੀ ਲਾਈਫ ਨੂੰ ਵਰਥ ਬਣਾ ਰਹੇ ਹਾਂ, ਤਾਂ ਫਿਰ ਉਹ ਜਿਹੜੀ ਲਾਈਫ ਸਾਡੀ ਹੈਗੀ ਉਹ ਪ੍ਰਾਈਸਲੈਸ ਹੈ, ਕੀਮਤਲੈਸ, ਕਿ ਉਹਦੀ ਕੋਈ ਕੀਮਤ ਨਹੀਂ। ਤੇ ਜੇ ਅਸੀਂ ਆਪਣੇ ਲਾਈਫ ਨੂੰ ਪੈਸਾ ਵਿੱਚ ਇਨਵੈਸਟ ਕਰ ਰਹੇ ਹਾਂ, ਕਿ ਮੈਂ ਆਪਣੀ ਪੂਰੀ ਲਾਈਫ ਹੀ ਪੈਸੇ ਬਣਾਉਣ ਵਿੱਚ ਕੱਢ ਦੇਣੀ ਹੈ, ਤਾਂ ਉਹ ਸਾਡੀ ਲਾਈਫ ਜਿਹੜੀ ਹੈ ਵਰਥਲੈਸ ਬਣ ਜਾਂਦੀ ਹੈ, ਕਿ ਕੋਈ ਪੈਸੇ ਦੇ ਕੇ ਵੀ ਨਾ ਖਰੀਦੇ, ਉਹ ਅਜਿਹੀ ਚੀਜ਼ ਬਣ ਜਾਂਦੀ ਹੈ। ਤੇ ਇੱਕ ਫਰਮਾਨ ਵੀ ਹੈ ਜੀ, ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾ ਜਗ ਖਾਇਆ, ਕਿ ਸਾਰੇ ਜਗ ਨੂੰ ਹੀ ਮਾਇਆ ਨੇ ਖਾ ਲਿਆ, ਤੇ ਅਸੀਂ ਵੀ ਉਸਦੇ ਪਿੱਛੇ ਲੱਗੇ ਹੋਏ ਆ। ਅਸੀਂ ਆਪਣੇ ਆਪ ਨੂੰ ਜ਼ਿਆਦਾ ਪ੍ਰੈਫਰੈਂਸ ਨਹੀਂ ਦਿੰਦੇ, ਅਸੀਂ ਬਾਕੀਆਂ ਦੇ ਇਮੋਸ਼ਨਸ ਨੂੰ ਇੰਨੀ ਪ੍ਰੈਫਰੈਂਸ ਨਹੀਂ ਦਿੰਦੇ, ਅਸੀਂ ਸਿਰਫ ਸਾਡੀ ਜਿਹੜੀ ਪ੍ਰਾਇੋਰਟੀ ਨੰਬਰ 1 ਬਣੀ ਹੋਈ ਹੈ ਉਹ ਹੈ ਪੈਸਾ। ਤਾਂ ਕਬੀਰ ਜੀ ਸਾਨੂੰ ਇਹੀ ਸਮਝਾ ਰਹੇ ਨੇ ਕਿ ਰੱਬ ਦਾ ਨਾਮ ਜਪਣਾ ਕਿੰਨਾ ਆਸਾਨ ਹੈ, ਕੋਈ ਕਸ਼ਟ ਵੀ ਨਹੀਂ ਕਰਨਾ ਪੈਂਦਾ, ਤੁਸੀਂ ਜਿੱਥੇ ਬੈਠੇ ਹੋ, ਜਿੱਥੇ ਖੜੇ, ਤੁਸੀਂ ਉੱਥੇ ਜਾਂ ਖੜੇ ਜਾਂ ਬੈਠ ਕੇ ਜਪ ਸਕਦੇ ਹੋ, ਪਰ ਤੁਸੀਂ ਉਸਨੂੰ ਇਗਨੋਰ ਕਰਦੇ ਹੋ। ਤੇ ਆਈ ਰਿਕੁਐਸਟ ਸੰਗਤ ਜੀ, ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਪਲੀਜ਼ ਸ਼ੇਅਰ ਕਰੋ ਜੀ। ਤੁਸੀਂ ਹੈਂਡ ਰੇਸ ਕਰਕੇ ਦੱਸ ਸਕਦੇ ਹੋ ਜੀ। ਹਾਂਜੀ, ਰਵਿੰਦਰ ਅੰਕਲ ਲਿਖ ਰਹੇ ਨੇ ਕਿ ਸੈਟ ਯੋਰ ਪ੍ਰਾਇੋਰਿਟੀਜ਼, ਕਿ ਅਸੀਂ ਦੇਖੀਏ ਕਿ ਅਸੀਂ ਪਹਿਲਾਂ ਐਨਾਲਾਈਜ਼ ਕਰੀਏ ਆਪਣੀ, ਕਿ ਅਸੀਂ ਪ੍ਰਾਇੋਰਿਟੀਜ਼ ਅਸੀਂ ਬਣਾਈਆਂ ਕੀ ਹੋਈਆਂ ਨੇ, ਕਿ ਅਸੀਂ ਪੈਸੇ ਨੂੰ ਜ਼ਿਆਦਾ ਫਸਟ ਪ੍ਰਾਇੋਰਿਟੀ ਬਣਾਈ ਹੋਈ ਹੈ, ਆਪਣੇ ਆਪ ਨੂੰ, ਆਪਣੀ ਫੈਮਿਲੀ ਨੂੰ, ਜਾਂ ਆਪਣੇ ਕੰਮ ਨੂੰ, ਜਾਂ ਆਪਣੇ ਫਰੈਂਡਸ ਨੂੰ। ਤਾਂ ਅਸੀਂ ਰੱਬ ਦੇ ਅਨੁਸਾਰ, ਬਲਕਿ ਸਾਡੀ ਫਸਟ ਪ੍ਰਾਇੋਰਿਟੀ, ਫਸਟ ਪ੍ਰੈਫਰੈਂਸ ਹਮੇਸ਼ਾ ਹੀ ਰੱਬ ਹੋਣਾ ਚਾਹੀਦਾ, ਉਸਦਾ ਨਾਮ ਹੋਣਾ ਚਾਹੀਦਾ ਹੈ। ਤੇ ਸੈਕਿੰਡ ਪ੍ਰਾਇੋਰਿਟੀ ਫਿਰ ਸਾਡੀ ਸੈਲਫ ਹੋਣੀ ਚਾਹੀਦੀ ਹੈ, ਸਾਡੀ ਖੁਦ ਦੀ ਇਨਰ ਸੈਲਫ ਹੋਣੀ ਚਾਹੀਦੀ ਹੈ, ਕਿ ਅਸੀਂ ਜਿਸ ਟਾਈਮ ਵੀ ਬੈਠੇ ਹਾਂ, ਵਿਹਲੇ ਬੈਠੇ ਹਾਂ, ਅਸੀਂ ਸੈਲਫ ਐਨਾਲਾਈਜ਼ ਕਰੀਏ,
ਆਪਣੇ ਅੰਦਰ ਦੇਖੀਏ ਕਿ ਸਾਡੇ ਅੰਦਰ ਕੀ ਚੱਲ ਰਿਹਾ ਹੈ, ਕਿਉਂਕਿ ਪਰਮਾਤਮਾ ਨੇ ਸਾਨੂੰ ਵਾਹਿਗੁਰੂ ਜੀ ਨੇ ਦੱਸਿਆ ਕਿ ਸਭ ਤੋਂ ਵੱਡਾ ਜਿਹੜਾ ਗੁਣ ਹੈ ਉਹੀ ਹੈ ਸੈਲਫ ਰਿਅਲਾਈਜੇਸ਼ਨ ਦਾ। ਤੇ ਅਸੀਂ ਜਦ ਵੀ ਵੇਲੇ ਬੈਠੇ ਹੋਈਏ ਉਹ ਕਰੀਏ ਤੇ ਸਾਡੀ ਸੈਕਿੰਡ ਪ੍ਰਾਇੋਰਟੀ ਆਪਣੀ ਸੈਲਫ ਹੋਵੇ। ਉਸ ਤੋਂ ਬਾਅਦ ਸਾਡੀ ਫੈਮਿਲੀ, ਕੰਮ, ਵਰਕ ਤੇ ਫਰੈਂਡਸ ਸਭ ਉਸ ਤੋਂ ਬਾਅਦ ਬਾਕੀ ਰਿਸ਼ਤੇ ਬਾਅਦ ਚ ਨੇ। ਪਹਿਲਾਂ ਰੱਬ ਦਾ ਤੇ ਆਪਣਾ ਰਿਸ਼ਤਾ ਹੈ, ਕਿਉਂਕਿ ਅਸੀਂ ਆਏ ਹੀ ਇੱਥੇ ਰੱਬ ਵਾਸਤੇ ਤੇ ਆਪਣੀ ਜੀਵਨ ਸਫਲ ਕਰਨ ਵਾਸਤੇ ਆਏ ਹਾਂ। ਤੇ ਆਈ ਰਿਕੁਐਸਟ ਸੰਗਤ ਜੀ, ਜੇ ਆਪਣੇ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਜੀ ਹੈਂਡ ਰੇਸ ਕਰਕੇ ਦੱਸ ਸਕਦੇ ਹੋ ਜੀ। ਤੇ ਆਈ ਰਿਕੁਐਸਟ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ਼ਲੋਕ। ਕਬੀਰ ਸਭ ਜਗ ਹੋ ਫਿਰਿਓ, ਮਾਂਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਕਬੀਰ ਜੀ ਇਸ ਵਿੱਚ ਕਹਿੰਦੇ ਹਨ ਕਿ ਮੈਂ ਮੋਢੇ ਉੱਤੇ ਢੋਲ ਰੱਖੇ ਵਜਾਉਂਦਾ ਫਿਰਿਆ ਤੇ ਸਾਰਾ ਜਗਤ ਵੇਖ ਲਿਆ ਹੈ, ਪਰ ਕੋਈ ਕਿਸੇ ਦਾ ਸਾਥ ਨਿਭਾਉਣ ਵਾਲਾ ਨਹੀਂ ਹੈ। ਇਹ ਗੱਲ ਮੈਂ ਸਾਰੀ ਦੁਨੀਆ ਵਿੱਚ ਠੋਕ ਵਜਾ ਕੇ ਭਾਵ ਚੰਗੀ ਤਰ੍ਹਾਂ ਪਰਖ ਕਰਕੇ ਵੇਖ ਲਈ ਹੈ। ਇਸ ਸ਼ਲੋਕ ਵਿੱਚ ਕਬੀਰ ਜੀ ਨੇ ਕੋਈ ਕਾਹੂ ਕੋ ਨਹੀਂ ਵਾਲੀ ਸੱਚਾਈ ਨੂੰ ਨਿਰੂਪਣ ਕੀਤਾ ਹੈ। ਦੁਨੀਆ ਵਿੱਚ ਸਾਰੇ ਮਤਲਬੀ ਹਨ, ਹਰੇਕ ਨੂੰ ਆਪਣੇ ਪ੍ਰਯੋਜਨ ਪੂਰਤੀ ਦੀ ਪਈ ਹੋਈ ਹੈ। ਕਹਿਣ ਦਾ ਭਾਵ ਸਾਰੇ ਸੁੱਖਾਂ ਦੇ ਹੀ ਸਾਕ ਹਨ, ਦੁੱਖ ਵੇਲੇ ਸਾਰੇ ਸਾਥ ਛੱਡ ਕੇ ਭੱਜ ਜਾਂਦੇ ਹਨ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਫਰਮਾਨ ਹੈ, ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ में संग न होई। दारा मीत पूत संबंधी, सगरे धन स्यों लागे, जब ही निर्धन देखियो नरको, संग छाड़ सब भागे। ਇਸ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਇਸ ਜਗਤ ਵਿੱਚ ਕੋਈ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁੱਖ ਵਿੱਚ ਹੀ ਜੁਟਾ ਪਿਆ ਹੈ, ਦੁੱਖ ਵਿੱਚ ਕੋਈ ਕਿਸੇ ਦੇ ਨਾਲ ਸਾਥੀ ਨਹੀਂ ਬਣਦਾ। ਇਸਤਰੀ, ਮਿੱਤਰ, ਪੁੱਤਰ, ਰਿਸ਼ਤੇਦਾਰ ਇਹ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ। ਜਦੋਂ ਵੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, ਤਦੋਂ ਸਾਥ ਛੱਡ ਕੇ ਭੱਜ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਪਿਆਰੀ ਵਿਚਾਰ ਜੀ। ਇਹਨਾਂ ਨੇ ਬਿਲਕੁਲ ਠੀਕ ਦੱਸਿਆ ਕਿ ਇੱਥੇ ਸਾਰੇ ਹੀ ਮਤਲਬੀ ਨੇ, ਸਾਰੇ ਆਪਣੇ ਕੰਮ ਲਈ ਆਏ ਨੇ। ਤੇ ਜਦ ਅਸੀਂ ਦੇਖੀ ਕਿ ਜਦ ਸਾਡੇ ਕੋਲ ਪੈਸੇ ਹੁੰਦੇ ਨੇ, ਸਾਡਾ ਕੰਮ ਬਿਲਕੁਲ ਠੀਕ ਚੱਲ ਰਿਹਾ ਹੁੰਦਾ, ਤਾਂ ਲੋਕੀ ਸਾਡੇ ਕੋਲ ਆਉਂਦੇ ਨੇ ਕਿ ਤੂੰ ਮੇਰੀ ਵੀ ਮਦਦ ਕਰ ਦੇ ਤੇ ਮੈਂ ਤੇਰੀ ਵੀ ਮਦਦ ਕਰ ਦਾਂਗਾ, ਕਿ ਮੈਂ ਤੈਨੂੰ ਕਦੇ ਨਹੀਂ ਛੱਡਾਂਗਾ। ਤਾਂ ਫਿਰ ਐਵੇਂ ਹੀ ਜਿਵੇਂ ਉਸ ਤੋਂ ਬਾਅਦ ਜਦ ਸਾਡੇ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਹ ਫਿਰ ਮਤਲਬ ਹੀ ਬਣ ਜਾਂਦੇ ਨੇ ਤੇ ਉਹ ਪਿੱਠ ਦਿਖਾ ਕੇ ਜਿਵੇਂ ਚਲੇ ਜਾਂਦੇ ਨੇ। ਤਾਂ ਸਾਨੂੰ ਕਬੀਰ ਜੀ ਅਲਰਟ ਕਰ ਰਹੇ ਨੇ ਕਿ ਅਸੀਂ ਇਹੋ ਜਿਹੇ ਲੋਕਾਂ ਵਿੱਚ ਨਹੀਂ ਫਸਣਾ, ਅਸੀਂ ਗੁਰਸਿੱਖਾਂ ਨਾਲ ਬੈਠਣਾ ਹੈ, ਅਸੀਂ ਆਪਣੀ ਸੰਗਤ ਹੀ ਗੁਰਸਿੱਖਾਂ ਦੀ ਰੱਖਣੀ ਹੈ। ਮਨਦੀਪ ਕੌਰ ਜੀ ਦਾ ਹੈਂਡ ਰੇਜ਼ ਹੈ ਜੀ, ਉਹਨਾਂ ਨੂੰ ਸਕਰੀਨ ਤੇ ਲਿਆਂਦਾ ਜਾਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹ ਕਹਿਣਾ ਚਾਹਾਂਗੀ ਕਿ ਇਸ ਵਿੱਚ ਮੈਨੂੰ ਸਮਝ ਲੱਗੀ ਹੈ ਕਿ ਕਬੀਰ ਜੀ ਇਸ ਵਿੱਚ ਕਹਿ ਰਹੇ ਨੇ, ਜਿਵੇਂ ਸਾਰੇ ਨੇ ਕਿ ਮੈਂ ਸਾਰਾ ਜੱਗ ਘੁੰਮ ਕੇ ਦੇਖ ਲਿਆ, ਪਰ ਸਿਰਫ ਪਰਮਾਤਮਾ ਹੈ ਜੋ ਸਾਰਿਆਂ ਦਾ ਰੱਖ ਹੈ। ਇਹ ਨਹੀਂ ਕਿ ਸਿਰਫ ਮੇਰੀ ਹੀ ਸਿਰਫ ਪਰਮਾਤਮਾ ਮਦਦ ਕਰਦਾ ਹੈ, ਪਰਮਾਤਮਾ ਸਾਰਿਆਂ ਦੀ ਹੈਲਪ ਕਰਦਾ ਹੈ। ਫਿਰ ਮੈਂ ਮਾਧਵ ਕਾਂਡ ਵਿੱਚ ਚੜਾਏ ਪਾ ਕਿ ਮੈਂ ਢੋਲ ਵਜਾ ਕੇ ਦੇਖ ਲਿਆ, ਮੈਂ ਸਾਰੀ ਦੁਨੀਆ ਘੁੰਮ, कोई काहू को नहीं, सब देखी ठोक बजाए। भी कोई भी किसी ਦਾ ਵੀ ਕੋਈ ਵਧੀਆ ਸੰਗੀ ਸਾਥੀ ਨਹੀਂ ਹੁੰਦਾ, ਸਾਰੇ ਵੀ ਮਾਇਆ ਦਾ ਠੋਕ ਵਜਾਉਂਦੇ ਰਹਿੰਦੇ ਨੇ ਵੀ ਹਾਂ ਵੀ ਮੇਰੇ ਕੋਲ ਇੰਨੀ ਮਾਇਆ ਹੈ, ਮੈਂ ਸਾਰਿਆਂ ਨਾਲੋਂ ਵੱਡਾ ਬੰਦਾ ਹਾਂ। ਪਰ ਜਿਵੇਂ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਨੇ, ਉਹਨਾਂ ਵਿੱਚ ਕਹਿੰਦੇ ਨੇ, ਪ੍ਰਾਨੀ ਕਛੂ ਨ ਚੇਤੇ ਹੀ, ਮਦ ਮਾਇਆ ਕੇ ਅੰਧ, ਕਹੁ ਨਾਨਕ
ਗੁਰੂ ਨਾਨਕ ਬਾਵਰੇ ਪਰਤ ਚਾਹੇ ਜਮਫੰਦ। ਵੀ ਜਿਹੜਾ ਜਮਾ ਦੀ ਫਾਈ ਹੈ ਨਾ, ਉਹ ਪਰਤ ਕੇ ਫੰਦ ਪੈ ਜਾਂਦੀ ਹੈ, ਫਾਂਸੀ ਜਿਹੜੀ ਉਹ ਆਪਣੇ ਗਲ ਵਿੱਚ ਪੈ ਜਾਂਦੀ ਹੈ ਤੇ ਪ੍ਰਾਣੀ ਨੂੰ ਕੁਛ ਨਹੀਂ ਚੇਤਾ ਰਹਿੰਦਾ। ਪ੍ਰਾਣੀ ਇੱਕ ਹੋਰ ਵੀ ਹੈ ਸ਼ਲੋਕ, ਪ੍ਰਾਣੀ ਰਾਮ ਨਾ ਚੇਤੇ ਮਦ ਮਾਇਆ ਕੇ ਅੰਧ। ਪਹਿਲਾਂ ਵਾਲੇ ਸ਼ਲੋਕ ਚ ਇਹ ਹੁੰਦਾ ਪ੍ਰਾਣੀ ਕਛੂ ਨਾ ਚੇਤੇ ਮਦ ਮਾਇਆ ਕੇ ਅੰਧ। ਵੀ ਮਾਇਆ ਦੇ ਅੰਧ ਦੇ ਵਿੱਚ ਜਿਹੜਾ ਪ੍ਰਾਣੀ ਹੈ ਨਾ, ਮਨੁੱਖਾਂ ਨੂੰ ਕੁਛ ਨਹੀਂ ਚੇਤੇ ਰਹਿੰਦਾ। ਉਸਨੂੰ ਇਹ ਨਹੀਂ ਹੁੰਦਾ ਵੀ ਹਾਂ ਕਿ ਇਹ ਮੇਰਾ ਕੋਈ ਦੋਸਤ ਹੈ, ਕੋਈ ਮੇਰਾ ਮਿੱਤਰ ਹੈ, ਮੇਰਾ ਕੋਈ ਫਰੈਂਡ ਹੈ, ਉਸਨੂੰ ਕੁਛ ਨਹੀਂ ਚੇਤਾ ਰਹਿੰਦਾ। ਉਹ ਮਾਇਆ ਦੇ ਪਿੱਛੇ ਸਭ ਕੁਝ ਭੁਲਾ ਦਿੰਦਾ। ਇਸ ਲਈ ਫਸਟ ਆਪਾਂ ਨੂੰ ਸਾਰਿਆਂ ਨੂੰ ਛੱਡ ਕੇ, ਮਾਇਆ ਨੂੰ ਛੱਡ ਕੇ ਫਸਟ ਆਪਾਂ ਨੂੰ ਵਾਹਿਗੁਰੂ ਜੀ ਨੂੰ ਰੱਖਣਾ ਚਾਹੀਦਾ ਹੈ। ਫਸਟ ਆਫ ਆਲ ਵਾਹਿਗੁਰੂ ਜੀ ਹੁੰਦੇ ਹਨ ਜੋ ਸਾਰਿਆਂ ਦੀ ਰੱਖਿਆ ਕਰਦੇ ਹਨ। ਤੂੰ ਮੇਰਾ ਰਾਖਾ ਸਭਨੀ ਥਾਈ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ, ਬਹੁਤ ਹੀ ਪਿਆਰੀ ਵਿਚਾਰ ਜੀ ਕਿ ਜਿਹੜੇ ਜਦ ਅਸੀਂ ਮਾਇਆ ਦੇ ਮੋਹ ਚ ਫਸ ਜਾਂਦੇ ਹਾਂ ਤਾਂ ਸਾਨੂੰ ਕੁਛ ਨਹੀਂ ਯਾਦ ਰਹਿੰਦਾ ਕਿ ਅਸੀਂ ਕੀ ਕੰਮ ਕਰਨਾ ਕੀ ਨਹੀਂ। ਅਸੀਂ ਕਿਸੇ ਵੀ ਹੱਦ ਤੱਕ ਫਿਰ ਪੈਸਾ ਪਾਣ ਲਈ ਚਲੇ ਜਾਂਦੇ ਹਾਂ, ਗਿਰ ਜਾਂਦੇ ਹਾਂ। ਅਸੀਂ ਭੁੱਲ ਹੀ ਜਾਂਦੇ ਹਾਂ ਕਿ ਸਾਡੀ ਲਾਈਫ ਜਿਹੜੀ ਹੈ ਉਹ ਸਾਨੂੰ ਇੰਨੀ ਜਿਹੜੀ ਅਨਮੋਲ ਲਾਈਫ ਦਿੱਤੀ ਹੈ ਰੱਬ ਨੇ, ਉਹ ਸਿਰਫ ਇੱਕ ਵਾਰੀ ਹੀ ਮਿਲਣੀ ਹੈ, ਬਾਰ-ਬਾਰ ਨਹੀਂ ਮਿਲਣੀ। ਕਿ ਅਸੀਂ ਜੇ ਵਧੀਆ ਕਰਮ ਕਰਾਂਗੇ ਤਾਂ ਹੀ। ਤੇ ਇੱਕ ਹੋਰ ਹੈਂਡ ਰੇਜ਼ ਹੈ ਜੀ, ਇੰਦਰਪਾਲ ਜੀ ਦਾ। ਆਈ ਰਿਕੁਐਸਟ ਉਹਨਾਂ ਨੂੰ ਸਕਰੀਨ ਤੇ ਲਿਆਂਦਾ ਜਾਵੇ। ਜੀ ਇੱਕ ਪੁਆਇੰਟ ਮੈਂ ਇਹ ਦੇਣਾ ਚਾਹੁੰਦਾ ਸੀਗਾ ਕਿ ਮੈਨੂੰ ਐਵੇਂ ਲੱਗਦਾ ਹੈ ਕਿ ਕਬੀਰ ਜੀ ਨਾ ਇੱਥੇ ਸਿਰਫ ਇਹ ਵਾਲੀ ਗੱਲ ਐਬਸੋਲੂਟਲੀ ਇਹ ਨਹੀਂ ਕਹਿਣਾ ਚਾਹ ਰਹੇ ਕਿ ਸਾਰੇ ਮਤਲਬੀ ਨੇ ਤੇ ਅਸੀਂ ਸਾਰਿਆਂ ਨੂੰ ਤਿਆਗ ਦਈਏ। ਤੇ ਉਹ ਸਿਰਫ ਇੰਨਾ ਕਹਿਣਾ ਚਾਹ ਰਹੇ ਨੇ ਵੀ ਕਿਉਂਕਿ ਸਾਰਿਆਂ ਨੇ ਇੱਥੇ ਨਹੀਂ ਰਹਿਣਾ। ਜਿਵੇਂ ਆਸਥਾ ਕੀ ਵਾਰ ਵਿੱਚ ਆਉਂਦਾ ਸਭ ਜਗ ਚੱਲਣ ਹਾਰ, ਤੇ ਇੱਕ ਆਉਂਦਾ ਜੋ ਆਇਆ ਸੋ ਚੱਲਸੀ, ਸਭ ਕੋਈ ਆਈ ਵਾਰੀ ਹੈ। ਵੀ ਸਾਰਿਆਂ ਨੇ ਤੁਰ ਜਾਣਾ ਹੈ। ਜੇ ਕੋਈ ਮੇਰੇ ਨਾਲ ਬੜਾ ਜ਼ਿਆਦਾ ਮੇਰੇ ਨੇੜੇ ਹੋ ਜਾਂਦਾ ਹੈ ਤੇ ਉਹ ਮੇਰੀ ਮਦਦ ਵੀ ਹਰ ਵਕਤ ਕਰਨ ਨੂੰ ਤਿਆਰ ਹੈ, ਮੈਨੂੰ ਪਿਆਰ ਕਰਦਾ ਹੈ ਤੇ ਉਹ ਮੇਰੀ ਕੇਅਰ ਕਰਦਾ ਹੈ। ਪਰ ਕਬੀਰ ਜੀ ਇਹ ਕਹਿਣਾ ਚਾਹ ਰਹੇ ਨੇ ਵੀ ਤੂੰ ਪੂਰਾ ਉਹਦੇ ਨਾਲ ਡਿਪੈਂਡੈਂਟ ਨਹੀਂ ਹੋ ਜਾਣਾ ਉਹਦੇ ਤੇ, ਕਿਉਂਕਿ ਸਭ ਜਗ ਚੱਲਣ ਹਾਰ। ਤੇ ਮੇਰਾ ਇਹ ਪੁਆਇੰਟ ਹੈ ਵੀ ਉਹ ਇੰਨਾ ਕਹਿਣਾ ਚਾਹ ਰਹੇ ਨੇ ਕਿ ਅਸੀਂ ਕਿਸੇ ਨਾਲ ਅਟੈਚਮੈਂਟ ਨਹੀਂ ਲਾਣੀ। ਤੇ ਕੀ ਮੈਟਰ ਕਰਦਾ ਹੈ ਕਿ ਮੇਰੇ ਅੰਦਰ ਕੀ ਹੈ ਤੇ ਮੈਂ ਪਰਮਾਤਮਾ ਨਾਲ ਕਿੰਨਾ ਕੁ ਜੁੜਿਆ। ਤੇ ਇਹ ਦੂਸਰੇ ਪੁਆਇੰਟ ਬਾਰੇ ਮੈਂ ਇੱਕ ਛੋਟੀ ਜਿਹੀ ਸਟੋਰੀ ਸ਼ੇਅਰ ਕਰਨਾ ਚਾਹੁੰਦਾ ਸੀਗਾ। ਇੱਕ ਵਾਰੀ ਨਾ ਕੋਈ ਛੋਟਾ ਜਿਹਾ ਬੱਚਾ ਕਿਸੇ ਜਿਹੜੇ ਗੁਬਾਰੇ ਵਗੈਰਾ ਵੇਚਦੇ ਨੇ ਉਹਦੇ ਕੋਲ ਗਿਆ ਤੇ ਉਹ ਨਾ ਗੈਸ ਵਾਲੇ ਗੁਬਾਰੇ ਸੀਗੇ ਜਿਹੜੇ ਹਵਾ ਵਿੱਚ ਉੱਡ ਜਾਂਦੇ ਸੀਗੇ। ਤੇ ਉਹਨੇ ਸੋਚਿਆ ਵੀ ਮੈਂ ਕਿਹੜੇ ਰੰਗ ਦਾ ਗੁਬਾਰਾ ਲਵਾਂ ਵੀ ਬੜਾ ਉੱਚਾ ਉੱਡ ਜਾਵੇ। ਫਿਰ ਉਹਨੇ ਕਿਹਾ ਵੀ ਅਸਮਾਨ ਨਾ ਨੀਲੇ ਰੰਗ ਦਾ ਹੈਗਾ, ਜੇ ਮੈਂ ਨੀਲਾ ਗੁਬਾਰਾ ਲੈ ਲਵਾਂ ਹੋ ਸਕਦਾ ਸਭ ਤੋਂ ਉੱਚਾ ਉੱਡ ਜਾਵੇ। ਉਹਨੇ ਨੀਲਾ ਗੁਬਾਰਾ ਲੈ ਲਿਆ ਤੇ ਜਦੋਂ ਉਡਾਇਆ ਤੇ ਦੇਖਿਆ ਵੀ ਉਹਦਾ ਗੁਬਾਰਾ ਸਭ ਤੋਂ ਉੱਚਾ ਨਹੀਂ ਉੱਡਿਆ। ਜਿਹੜਾ ਗੁਬਾਰਾ ਸਭ ਤੋਂ ਉੱਚਾ ਉੱਡਿਆ ਨਾ ਉਹ ਲਾਲ ਰੰਗ ਦਾ ਸੀਗਾ। ਅਗਲੇ ਦਿਨ ਉਹਨੇ ਸੋਚਿਆ ਯਾਰ ਲਾਲ ਰੰਗ ਦਾ ਗੁਬਾਰਾ ਜ਼ਿਆਦਾ ਉੱਚਾ ਉੱਡਦਾ, ਲਾਲ ਰੰਗ ਦਾ ਲੈਂਦੇ ਆ। ਅਗਲੇ ਦਿਨ ਉਹਨੇ ਲਾਲ ਰੰਗ ਦਾ ਗੁਬਾਰਾ ਲੈ ਲਿਆ, ਪਰ ਫਿਰ ਵੀ ਉਹਦਾ ਸਭ ਤੋਂ ਉੱਚਾ ਨਹੀਂ ਉੱਡਿਆ। ਤੇ ਅਗਲੇ ਦਿਨ ਉਹ ਕੋਈ ਕਾਲੇ ਰੰਗ ਦਾ ਉੱਚਾ ਉੱਡ ਗਿਆ। ਫਿਰ ਉਹਨੇ ਉਹ ਗੁਬਾਰੇ ਵਾਲੇ ਨੂੰ ਪੁੱਛਿਆ ਕਿ ਇਹ ਕੀ ਗੱਲ ਹੈ, ਮੈਂ ਜਿਹੜਾ ਸਭ ਤੋਂ ਉੱਚਾ ਉੱਡਿਆ ਸੀ ਮੈਂ ਉਹ ਰੰਗ ਵੀ ਲੈ ਲਿਆ ਤਾਂ ਵੀ ਨਹੀਂ ਸਭ ਤੋਂ ਉੱਚਾ ਗਿਆ, ਅਸਮਾਨ ਵਾਲਾ ਰੰਗ ਲੈ ਲਿਆ ਤਾਂ ਵੀ ਨਹੀਂ ਗਿਆ। ਤੇ ਅੱਗੋਂ ਗੁਬਾਰੇ ਵਾਲੇ ਨੇ ਹੱਸ ਕੇ ਕਿਹਾ ਵੀ ਗੁਬਾਰੇ ਦਾ ਰੰਗ ਨਹੀਂ ਮੈਟਰ ਕਰਦਾ, ਕੀ ਮੈਟਰ ਕਰਦਾ ਵੀ ਉਹਦੇ ਅੰਦਰ ਗੈਸ ਕਿਹੜੀ ਭਰੀ ਹੋਈ ਹੈ। ਸੋ ਸਾਡੀ ਲਾਈਫ ਵਿੱਚ ਕੀ ਮੈਟਰ ਕਰਦਾ ਹੈ ਕਿ ਅਸੀਂ ਅੰਦਰੋਂ ਕਿੰਨੇ ਕੁ ਸੋਹਣੇ ਹੈਗੇ ਆ। ਇਹ ਨਹੀਂ ਕਰਦਾ ਵੀ ਬਾਹਰੋਂ ਸਾਡੇ ਕੋਲ ਕਿੰਨੇ ਕੁ ਧਨ ਪਦਾਰਥ ਨੇ, ਕਿੰਨੇ ਦੇਖਣ ਚ ਅਸੀਂ ਆਕਰਸ਼ਕ ਹੈਗੇ ਆ। ਕੀ ਮੈਟਰ ਕਰਦਾ ਹੈ what is inside us। ਜੀ ਧੰਨਵਾਦ ਜੀ। ਬਹੁਤ ਹੀ ਪਿਆਰੀ ਵਿਚਾਰ ਜੀ, ਤੇ ਬਿਲਕੁਲ ਹੀ ਠੀਕ ਐਕਸਪਲੇਨ ਕੀਤਾ ਇੰਦਰਪਾਲ ਜੀ ਨੇ ਕਿ ਅਸੀਂ ਅਟੈਚਮੈਂਟ ਨਹੀਂ ਕਰਨੀ, ਕਿਉਂਕਿ ਸਾਰਿਆਂ ਕੋਲ ਹੀ ਥੋੜਾ ਸਮਾਂ ਤੇ ਪਤਾ ਨਹੀਂ ਕਦੋਂ ਕਿਸੇ ਨੇ ਚਲੇ ਜਾਣਾ ਹੈ। ਤਾਂ ਅਸੀਂ ਇੰਨੇ ਕੁ ਡਿਪੈਂਡੈਂਟ ਨਾ ਹੋਈਏ ਦੂਸਰੇ ਇਨਸਾਨ ਤੇ, ਭਾਵੇਂ ਉਹ ਸਾਨੂੰ ਪਿਆਰ ਵੀ ਕਰਦਾ ਹੈ, ਸਾਡਾ ਹਰ ਕੰਮ ਕਰਦਾ ਹੈ, ਸਾਡੀ
ਹੈਲਪ ਵੀ ਕਰਦਾ ਹੈ ਮਦਦ ਦੇ ਟਾਈਮ ਵਿੱਚ, ਪਰ ਅਸੀਂ ਇੰਨਾ ਅਟੈਚ ਨਾ ਹੋ ਜਾਈਏ ਕਿ ਬਾਅਦ ਚ ਛੱਡਣਾ ਹੀ ਮੁਸ਼ਕਿਲ ਹੋ ਜਾਵੇ, ਉਸ ਲਈ ਵੀ ਤੇ ਸਾਡੇ ਲਈ ਵੀ, ਕਿਉਂਕਿ ਅੰਤ ਵਿੱਚ ਜਾਣਾ ਤਾਂ ਸਾਰਿਆਂ ਨਹੀਂ ਹੈ, ਵਾਰੀ ਸਾਰਿਆਂ ਦੀ ਹੀ ਆਣੀ ਹੈ। ਤੇ ਸਟੋਰੀ ਵੀ ਬਹੁਤ ਹੀ ਪਿਆਰੀ ਕਿ ਸਾਡੇ ਜੋ ਮੈਟਰ ਕਰਦਾ ਹੈ ਉਹ ਹੈ ਕਿ ਸਾਡਾ ਅੰਦਰਲਾ ਸਰੀਰ ਹੈ, ਅੰਦਰਲਾ ਜਿਹੜਾ ਸੋਲ ਹੈ ਉਹ ਕਿਹੋ ਜਿਹਾ, ਸਾਡਾ ਮਨ ਕਿਹੋ ਜਿਹਾ ਹੈ। ਬਾਹਰੋਂ ਅਸੀਂ ਭਾਵੇਂ ਸੋਹਣੇ ਹੋਈਏ ਨਾ ਜਾਂ ਨਾ ਹੋਈਏ, ਜੋ ਮੈਟਰ ਕਰਦਾ ਹੈ ਕਿ ਸਾਡਾ ਅੰਦਰਲਾ ਜਿਹੜੀ ਸਾਡੇ ਇਨਰ ਸੈਲਫ ਹੈਗੀ ਹੈ ਉਹ ਕਿਹੋ ਜਿਹੀ ਹੈਗੀ ਹੈ, ਉਹ ਅਸੀਂ ਰੱਬ ਦਾ ਨਾਮ ਜਪ ਰਹੇ ਹਾਂ ਕਿ ਨਹੀਂ, ਅਸੀਂ ਜੁੜੇ ਹੋਏ ਹਾਂ ਅੰਦਰੋਂ ਕਿ ਨਹੀਂ। ਦਿਖਾਵਾ ਤਾਂ ਕੋਈ ਵੀ ਕਰ ਲੈਂਦਾ ਹੈ, ਦਿਖਾਵਾ ਤਾਂ ਸਾਰੇ ਕਰਦੇ ਹੀ ਨੇ। ਤੇ ਕੋਈ ਹੋਰ ਸੰਗਤ ਵਿੱਚੋਂ ਕਿਸੇ ਨੇ ਜੇ ਆਪਣੇ ਵਿਚਾਰ ਸ਼ੇਅਰ ਕਰਨੇ ਹੋ ਤਾਂ ਪਲੀਜ਼ ਜੀ ਹੈਂਡ ਰੇਸ ਕਰਕੇ ਦੱਸ ਸਕਦੇ ਹੋ ਜੀ। ਆਈ ਰਿਕੁਐਸਟ ਰਵਿੰਦਰ ਅੰਕਲ ਉਹ ਵੀ ਆਪਣੇ ਵਿਚਾਰ ਸ਼ੇਅਰ ਕਰਨ ਤੇ ਪਰਵਿੰਦਰ ਅੰਕਲ ਨੂੰ ਵੀ। ਬੇਟਾ ਆ ਰਹੇ ਪਰਵਿੰਦਰ ਵੀਰ ਜੀ, ਆ ਰਹੇ ਨੇ ਜੀ, ਆਓ ਜੀ ਪਰਵਿੰਦਰ ਵੀਰ ਜੀ। ਜਿਹੜਾ ਇਹ ਤੀਸਰਾ ਸ਼ਲੋਕ ਹੈ ਉਸ ਵਿੱਚ ਕਬੀਰ ਜੀ ਸਾਨੂੰ ਜਿਵੇਂ ਕਹਿ ਰਹੇ ਨੇ ਕਿ ਅਸੀਂ ਮਾਇਆ ਦੇ ਮੋਹ ਚ ਨਹੀਂ ਫਸਣਾ, ਪਰ ਇੱਥੇ ਇਹ ਨਹੀਂ ਕਿ ਅਸੀਂ ਬਿਲਕੁਲ ਵੀ ਪੈਸਾ ਨਹੀਂ ਇਕੱਠਾ ਕਰਨਾ, ਕਿਉਂਕਿ ਪੈਸੇ ਨਾਲ ਹੀ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਥੋੜੀ ਬੈਟਰ ਹੋ ਸਕਦੀ ਹੈ ਥੋੜੀ ਜੀ, ਤੇ ਅਸੀਂ ਥੋੜੀ ਆਪਣੀ ਜ਼ਰੂਰਤਾਂ ਵੀ ਉਸ ਨਾਲ ਹੀ ਪੂਰੀ ਕਰਨੀਆਂ ਨੇ। ਤੇ ਕਿਉਂਕਿ ਸੰਸਾਰ ਇਸ ਦੁਨੀਆ ਵਿੱਚ ਤਾਂ ਪੈਸਾ ਹੀ ਕੰਮ ਆਣਾ ਹੈ, ਪਰ ਸਿਰਫ ਆਪਣੀ ਜ਼ਰੂਰਤਾਂ ਪੂਰੀਆਂ ਕਰਨ ਲਈ, ਉਸ ਵਿੱਚ ਡੁੱਬ ਜਾਣ ਲਈ, ਉਸ ਨਾਲ ਮੋਹ ਪਾਉਣ ਲਈ ਨਹੀਂ ਪਾਣਾ ਅਸੀਂ। ਤੇ ਕਬੀਰ ਜੀ ਪਰ ਸਾਨੂੰ ਸਮਝਾ ਰਹੇ ਨੇ ਕਿ ਅਸੀਂ ਬਿਲਕੁਲ ਹੀ ਨਹੀਂ, ਕਿ ਅਸੀਂ ਇਹ ਨਹੀਂ ਕਿ ਪੈਸੇ ਤੋਂ ਡਿਟੈਚ ਹੀ ਹੋ ਜਾਣਾ ਹੈ, ਪਰ ਅਸੀਂ ਮੋਹ ਨਹੀਂ ਲਾਣਾ। ਜਿੰਨਾ ਕੁ ਸਾਨੂੰ ਜ਼ਰੂਰਤ ਹੈ, ਜਿੰਨੀ ਕੁ ਸਾਨੂੰ ਲੋੜ ਹੈ, ਅਸੀਂ ਉਹਨਾਂ ਕੇ ਹੀ ਪੈਸੇ ਨਾਲ ਆਪਣਾ ਰਿਸ਼ਤਾ ਰੱਖੀਏ ਕਿ ਅਸੀਂ ਐਕਸਟਰਾ ਨਾ ਚਲ ਜਾਈਏ ਕਿਤੇ। ਤੇ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਪੈਸੇ ਵੀ ਇੰਪੋਰਟੈਂਟ ਨੇ, ਪਰ ਜਿਹੜਾ ਸਾਡਾ ਖੁਦ ਦਾ ਸੈਲਫ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ। ਪਰਵਿੰਦਰ ਅੰਕਲ ਜੁੜ ਚੁੱਕੇ ਨੇ ਜੀ, ਤੇ ਰਿਕੁਐਸਟ ਹੋ ਵੀ ਸਾਡੇ ਨਾਲ ਆਪਣੇ ਵਿਚਾਰ ਸ਼ੇਅਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕ ਜਾਣੈ ਇਹ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ। ਕਬੀਰ ਜੀ ਆਪ ਫਰਮਾਉਂਦੇ ਹਨ, ਜਿਹੜੇ ਸ਼ਲੋਕ ਜੋ ਬਾਣੀ ਸ਼ਬਦ ਅਸੀਂ ਪੜ੍ਹਦੇ ਹਾਂ, ਇਹ ਸਾਧ ਸੰਗਤ ਜੀ ਕੋਈ ਸਧਾਰਨ ਸ਼ਬਦ ਨਹੀਂ ਹਨ। ਇਹ ਜੀਵਨ ਦਾ ਤੱਤ ਜੋ ਕੱਢ ਕੇ ਭਗਤਾਂ ਨੇ, ਨਾਮ ਰਸੀਆਂ ਨੇ, ਜੋ ਜੀਵਨ ਦੀ ਅਸਲ ਸਚਾਈ ਅਸਲੀਅਤ ਹੈ, ਉਹ ਸਾਨੂੰ ਇਹਨਾਂ ਸ਼ਲੋਕਾਂ ਦੇ ਵਿੱਚ ਮਿਲਦੀ ਹੈ। ਇੰਨਾ ਪਿਆਰਾ ਸ਼ਲੋਕ ਔਰ ਜੀਵਨ ਦਾ ਤੱਤ ਜੋ ਕਬੀਰ ਜੀ ਸਾਨੂੰ ਕਹਿੰਦੇ ਹਨ, ਠੋਕ ਵਜਾ ਕੇ ਕਹਿੰਦੇ ਮੈਂ ਦੱਸ ਰਿਹਾ। ਜਿਵੇਂ ਕੋਈ ਢੋਲ ਵਜਾ ਕੇ ਕਿਸੇ ਨੂੰ, ਕੋਈ ਸਾਰਿਆਂ ਨੂੰ ਜਗਾ ਕੇ, ਸਾਰਿਆਂ ਨੂੰ ਸੁਚੇਤ ਕਰਕੇ ਕਿਹਾ ਜਾਂਦਾ ਵੀ ਧਿਆਨ ਨਾਲ ਸੁਣੋ ਇਸ ਗੱਲ ਨੂੰ। ਠੋਕ ਵਜਾ ਕੇ ਕਹਿੰਦੇ ਪੂਰੇ 100% ਜਿਹੜੀ ਗੱਲ ਦੀ ਸੱਚਾਈ ਤੁਹਾਨੂੰ ਦੱਸ ਰਿਹਾ ਹਾਂ, ਜਿਹੜੇ ਕਿ ਸਾਡੇ ਮਨਾਂ ਵਿੱਚ ਉਹਨੂੰ ਅਸੈਪਟ ਕਰਨਾ ਬਹੁਤ ਮੁਸ਼ਕਲ ਲੱਗਦਾ ਹੈ, ਪਰ ਜੀਵਨ ਦੇ ਕਿਸੇ ਗੇੜ, ਕਿਸੇ ਸਮੇਂ ਦੇ ਵਿੱਚ ਆ ਕੇ ਸਾਨੂੰ ਉਦੋਂ ਪਤਾ ਲੱਗਦਾ ਹੈ, ਹਾਂ ਇਹ ਜੋ ਕਬੀਰ ਜੀ ਸਾਨੂੰ ਸ਼ਲੋਕਾਂ ਵਿੱਚ ਦੱਸਦੇ ਹਨ, ਇਹ ਗੱਲ ਬਿਲਕੁਲ ਇਸੇ ਤਰ੍ਹਾਂ ਹੈ। ਇਸ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਓ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਅਸੀਂ ਸਾਡੀ ਸਾਰੀ ਭੱਜ ਦੌੜ ਜੋ ਅਸੀਂ ਹਰ ਰੋਜ਼ ਕਰਦੇ ਹਾਂ, ਕਰਨੀ ਵੀ ਚਾਹੀਦੀ ਹੈ, ਪਰ ਉਹ ਸਿਰਫ ਭੱਜ ਦੌੜ ਹੀ ਸਾਡੀ ਰਹਿ ਜਾਂਦੀ ਹੈ, ਮਾਇਆ ਦੀ, ਧਨ ਦੀ। ਸਾਡੇ ਪਰਿਵਾਰ ਦੇ ਜ਼ਿੰਮੇਵਾਰੀਆਂ ਅਸੀਂ ਨਿਭਾਉਣੀਆਂ ਹਨ, ਪਰ ਉਹਨਾਂ ਵਿੱਚ ਖਚਤ ਹੋ ਜਾਈਦਾ ਹੈ। ਫਿਰ ਅਸੀਂ ਆਪਣੇ ਪਰਿਵਾਰ ਦੇ ਵਿੱਚ ਹੀ ਸਾਰਾ ਕੁਝ ਅਸੀਂ ਜੋ ਪਰਿਵਾਰ ਹੋਇਆ, ਸਾਡਾ ਪ੍ਰੋਫੈਸ਼ਨ ਹੋਇਆ, ਅਸੀਂ ਧਨ ਪਦਾਰਥ ਇਕੱਠੇ, ਭੱਜ ਦੌੜ ਜਿਹਨੂੰ ਮਾਇਆ ਦੀ ਦੌੜ ਕਹਿੰਦੇ ਹਨ ਮਹਾਰਾਜ,
ਅਸੀਂ ਉਹਦੇ ਵਿੱਚ ਹੀ ਕੇਵਲ ਖਚਤ ਹੋ ਜਾਂਦੇ ਹਾਂ। ਇੱਥੋਂ ਤੱਕ ਕਿ ਜਿਹੜਾ ਸਰੀਰ ਵੀ ਹੈ, ਅਸੀਂ ਸਰੀਰ ਦੀ ਸੰਭਾਲ ਵੀ ਇੰਨੀ ਕਰਦੇ ਹਾਂ ਵੀ ਸ਼ਾਇਦ ਸਾਡਾ ਸਰੀਰ ਬੜਾ ਸਾਡੇ ਸਾਥ ਨਿਭੇਗਾ, ਸਾਡਾ ਨੂੰ ਬੜਾ ਸਜਾ ਕੇ ਰੱਖਦੇ ਹਾਂ। ਪਰ ਬਾਣੀ ਕਹਿੰਦੀ ਹੈ ਤੁਹਾਡਾ ਸਰੀਰ ਵੀ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ। ਇਹ ਵੀ ਆਉਂਦਾ ਹੈ ਵੀ ਜੋ ਸਰੀਰ ਮਿਲਿਆ ਹੈ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਆ। ਕੋਈ ਵੀ ਜਿਹੜੀ ਚੀਜ਼ ਜਿਹੜੀ ਹੈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਹ ਬਾਣੀ ਵਿੱਚ ਵਾਰ-ਵਾਰ ਆਉਂਦਾ ਹੈ। ਜਿਹੜੀ ਇਹ ਵਿਚਾਰ ਹੈ ਵੀ ਕੋਈ ਵੀ ਅਸਲ ਸਾਥੀ ਜਿਹੜਾ ਹੈ ਸਾਡਾ ਨਹੀਂ ਹੈ, ਇਹ ਸਭ ਮਾਇਆ ਰੂਪ ਹਨ। ਤੇ ਮਾਇਆ ਰੂਪ ਜੋ ਹੈ ਉਹਦੀ ਇੰਨੀ ਕਪਾਇਆ ਹੈ ਵੀ ਖਿੰਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੂ। ਇਹ ਕੌੜੇ ਹੁੰਦੇ ਹਨ ਜਦੋਂ, ਉਦੋਂ ਸਾਨੂੰ ਬਹੁਤ ਦੁੱਖ ਲੱਗਦਾ ਹੈ, ਬੜਾ ਸੱਟ ਵੱਜਦੀ ਹੈ, ਬੜਾ ਵਿਛੋੜਾ ਮਿਲਦਾ ਹੈ। ਪਰ ਜੇ ਗੱਲ ਅਸੀਂ ਪਹਿਲਾਂ ਹੀ ਸਮਝ ਲਈਏ, ਜਿਹੜੀ ਕਬੀਰ ਜੀ ਠੋਕ ਵਜਾ ਕੇ ਦੱਸ ਰਹੇ ਹਨ ਵੀ ਜਗਤ ਦੀ ਪ੍ਰੀਤ ਜਿਹੜੀ ਹੈ ਉਹ ਝੂਠੀ ਹੈ, ਇੱਕ ਪਰਮਾਤਮਾ ਦਾ ਨਾਮ ਹੀ ਜਿਹੜਾ ਹੈ ਅਸਲ ਸਾਥੀ ਹੈ। ਤੇ ਇਹ ਜਿਹੜੀ ਵਿਚਾਰ ਹੈ ਇਹ ਸੋਧ ਕੇ ਗੁਰੂ ਅਰਜਨ ਦੇਵ ਮਹਾਰਾਜ ਵੀ ਬਾਣੀ ਚ ਕਹਿੰਦੇ ਹਨ ਆਪਣੀ ਇਸੇ ਗੱਲ ਨੂੰ ਵੀ ਸੋਧ, ਮਤਲਬ ਸਾਰੇ ਪ੍ਰੈਕਟੀਕਲ ਕਰ ਲਓ, ਤੁਸੀਂ ਸਾਰਾ ਜੀਵਨ ਦਾ ਤੱਤ ਕਰ ਲਓ, ਸਾਰਾ ਜ਼ੋਰ ਲਾ ਲਓ, ਤੁਹਾਨੂੰ ਇੱਕੋ ਹੀ ਗੱਲ ਜੀਵਨ ਦੇ ਵਿੱਚ ਸਮਝ ਆਏਗੀ ਵੀ ਜੀਵਨ ਦੇ ਵਿੱਚ ਅਸਲ ਸਾਥੀ ਪਰਮਾਤਮਾ ਦਾ ਨਾਮ ਹੀ ਹੈ। ਅੰਤ ਬਾਰ ਨਾਨਕ ਬਿਨ ਹਰਿ ਜੀ ਕੋ ਕਾਮ ਨਾ ਆਏ। ਇਸੇ ਤਰ੍ਹਾਂ ਖੋਜਤ ਸ਼ਬਦ ਅਸੀਂ ਪੜ੍ਹਦੇ ਹਾਂ, ਖੋਜਤ ਤਤ ਵਿਚਾਰੇ ਦਾਸ ਗੋਬਿੰਦ ਪਰਾਇਣ ਅਬਿਨਾਸੀ ਖੇਮ ਚਾਹੇ ਜੈ ਨਾਨਕ ਸਦਾ ਸਿਮਰ ਨਾਰਾਇਣ। ਸਾਰੀ ਬਾਣੀ ਦੇ ਵਿੱਚ ਇੱਕੋ ਹੀ ਸੰਦੇਸ਼ ਹੈ ਵੀ ਪਰਮਾਤਮਾ ਦਾ ਨਾਮ ਜਿਹੜਾ ਹੈ ਅਸਲ ਸਾਥੀ ਹੈ, ਉਹਨੂੰ ਚੇਤੇ ਰੱਖਣਾ ਚਾਹੀਦਾ ਹੈ, ਹੋਰ ਸਭ ਮਾਇਆ ਰੂਪ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਜ਼ਿਆਦਾ ਵਧੀਆ ਵਿਚਾਰ ਇਹਨਾਂ ਨੇ ਸਾਰਾ ਐਕਸਪਲੇਨ ਕਰ ਹੀ ਦਿੱਤਾ ਹੈਗਾ ਇਸ ਸ਼ਲੋਕ ਦੇ ਅਰਥ। ਤੇ ਆਈ ਰਿਕੁਐਸਟ ਕਿ ਉਰਵਿੰਦਰ ਵੀਰ ਜੀ ਵੀ ਜੇ ਆਪਣੇ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਨੇ ਤਾਂ ਪਲੀਜ਼ ਜੀ। ਵਾਹ ਜੀ ਜੈਸਮੀਨ ਬੇਟਾ ਜੀ, ਪਹਿਲਾਂ ਤਾਂ ਤੁਹਾਨੂੰ ਬਹੁਤ ਸ਼ਾਬਾਸ਼। ਅੱਜ ਬਹੁਤ ਆਨੰਦ ਆਇਆ ਜੀ, ਜੋ ਵਿਚਾਰ ਤੁਸੀਂ ਤੇ ਇੰਦਰਪਾਲ ਬੇਟਾ ਨੇ ਕੀਤੇ ਨੇ, ਬਹੁਤ ਆਨੰਦ ਜੀ, ਸ਼ਾਬਾਸ਼। ਮੇਰੇ ਕੋਲ ਲਫ਼ਜ਼ ਨਹੀਂ ਹੈ ਕਿ ਮੈਂ ਤੁਹਾਡੇ ਵੱਡਿਆਂ ਵਾਸਤੇ ਕੁਝ ਕਹਿ ਸਕਾਂ। ਮੈਨੂੰ ਲੱਗਦਾ ਹੈ ਕਿ ਜੋ ਸਾਡੀ ਵਿਚਾਰ ਹੈ, ਜੋ ਮੈਂ ਔਰ ਪਰਵਿੰਦਰ ਵੀਰ ਜੀ ਕਰਦੇ ਹਾਂ, ਉਹ ਮਤਲਬ ਪੁਰਾਣੀ ਜੋ ਕਨਵੈਨਸ਼ਨਲ ਚਲੀ ਆ ਰਹੀ ਉਹ ਵਿਚਾਰ ਹੈ। ਪਰ ਤੁਸੀਂ ਜੋ ਬੱਚੇ ਕਰ ਰਹੇ ਹੋ ਜਾਂ ਵਰਿੰਦਰਜੀਤ ਭੈਣ ਜੀ ਕਰਦੇ ਨੇ ਜਾਂ ਹੋਰ ਹੀ ਬੱਚਿਆਂ ਨੇ ਕਰਦੇ ਨੇ, ਉਹ ਫਰੈਸ਼ ਆਈਡੀਆਜ਼ ਨੇ ਔਰ ਉਹ ਮਾਡਰਨ ਵਿਚਾਰ ਹੈ। ਬਹੁਤ ਵਧੀਆ, ਸ਼ਾਬਾਸ਼ ਬੇਟਾ। ਇੰਦਰਪਾਲ ਜੀ ਨੇ ਜਿਹੜੀ ਗੁਬਾਰਿਆਂ ਵਾਲੀ ਐਗਜ਼ਾਮਪਲ ਦਿੱਤੀ ਹੈ, ਉਹ ਐਕਸਲੈਂਟ ਵਾਕਈ ਐਗਜ਼ਾਮਪਲ ਹੈ ਜੀ, ਬਹੁਤ ਵਧੀਆ। ਪਾਤਸ਼ਾਹ ਬਾਣੀ 'ਚ ਆਪ ਕਹਿੰਦੇ ਨੇ ਸਾਰਿਆਂ ਦਾ, ਜਿਹੜੇ ਅੱਜ 3 ਸ਼ਲੋਕ ਨੇ, ਭਾਵੇਂ ਉਹ ਗੁਣਾਂ ਦਾ, ਭਾਵੇਂ ਉਹ ਮਾਇਆ ਕਰਕੇ ਹੈ, ਸਾਨੂੰ ਅੱਜ ਕਬੀਰ ਜੀ ਜਿਹੜੀ ਸਾਨੂੰ ਉਹ ਕਹਿ ਰਹੇ ਨੇ ਨਾ, ਮੋਟੀਵੇਟ ਕਰ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਉਦਾਸੀਆਂ ਕੀਤੀਆਂ। ਜੋ ਉਹਨਾਂ ਕੋਲ ਨੌਲੇਜ ਇਕੱਠੀ ਹੋਈ ਉਹ ਸਾਰੀ ਦੁਨੀਆ 'ਚ ਉਹਨਾਂ ਨੇ ਵੰਡੀ। ਕਬੀਰ ਜੀ ਵੀ ਕਹਿ ਰਹੇ ਨੇ ਕਿ ਮੈਂ ਸਾਰੀ ਦੁਨੀਆ ਆਪਣੇ ਮੋਢੇ ਤੇ ਆਪਣੇ ਗਲ 'ਚ ਢੋਲ ਵਜਾ ਕੇ, ਜਿੰਨੇ ਵੀ ਮੇਰੇ ਕੋਲ ਮੇਰੀਆਂ ਪ੍ਰਾਇਓਰਟੀਜ਼ ਨੇ, ਮੇਰੇ ਕੋਲ ਗੁਣ ਨੇ ਜਾਂ ਮੇਰੇ ਕੋਲ ਨੌਲੇਜ ਹੈ, ਮੈਂ ਸਾਰੀ ਵੰਡ ਰਿਹਾ। ਔਰ ਹਰੇਕ ਬੰਦੇ ਨੂੰ ਵੰਡਣੀ ਚਾਹੀਦੀ ਹੈ। ਸਰਬਜੀਤ ਵੀਰ ਜੀ ਬਹੁਤ ਵਾਰੀ ਕਹਿੰਦੇ ਹੁੰਦੇ ਸਾਨੂੰ ਕਿ ਸਾਨੂੰ ਵੀ ਉਦਾਸੀਆਂ ਕਰਨੀਆਂ ਚਾਹੀਦੀਆਂ। ਖੈਰ ਅੱਜ ਕੱਲ੍ਹ ਟਾਈਮ ਹੋਰ ਚੱਲ ਰਿਹਾ, ਪਰ ਆਪਣੀ ਵਿਚਾਰ ਹਰੇਕ ਜਗ੍ਹਾ ਜ਼ਰੂਰ ਅੱਗੇ ਰੱਖਣੀ ਚਾਹੀਦੀ ਹੈ। ਜਿਵੇਂ ਪਰਵਿੰਦਰ ਵੀਰ ਜੀ ਨੇ ਗੱਲ ਬਹੁਤ ਸੋਹਣੀ ਕਹੀ, ਤੱਤਸਾਰ, ਸਾਨੂੰ ਤੱਤਸਾਰ ਦੀ ਗੱਲ ਕਹੀ, ਜਿਹੜੇ 3 ਸ਼ਲੋਕਾਂ ਦੀ ਅੱਜ ਬੜੀ ਡੂੰਘੀ ਵਿਚਾਰ ਕਬੀਰ ਜੀ ਕਰ ਰਹੇ ਨੇ। ਮੈਂ ਬਸ ਅਖੀਰ ਤੇ ਇੱਕੋ ਹੀ ਗੱਲ ਕਵਾਂਗਾ ਜੀ, ਬਾਣੀ ਕਹਿੰਦੀ ਕਿਸੇ ਹੀ ਕੋਏ, ਕਿਸੇ ਦਾ ਕੋਈ ਸਹਾਰਾ, ਕਿਸੇ ਦਾ ਕੋਈ ਆਸਰਾ।
ਮੰਝ ਨਿਮਾਣੀ ਇੱਕ ਤੂੰ। ਕਹਿੰਦੇ ਮੇਰੀ ਨਿਮਾਣੀ ਦਾ ਇੱਕੋ ਹੀ ਸਹਾਰਾ ਹੈ, ਤੂੰ ਹੀ ਹੈ। ਇੱਕ ਤੂੰ, ਮੰਝ ਨਿਮਾਣੀ ਇੱਕ ਤੂੰ। ਪਰ ਅਗਲੀ ਗੱਲ ਬੜੀ ਇੰਪੋਰਟੈਂਟ ਹੈ, ਕਹਿੰਦੇ ਕਿਉਂ ਨਾ ਮਰੀਜੈ ਰੋਏ, ਜਹ ਲਬ ਚਿੱਤ ਨਾ ਆਵੇ। ਕਿ ਜਦੋਂ ਉਹ ਸਾਨੂੰ ਚਿੱਤ ਨਹੀਂ ਆਉਂਦਾ, ਜਦੋਂ ਸਾਡੇ ਚੇਤੇ ਵਿੱਚ ਨਹੀਂ ਰਹਿੰਦਾ, ਤੇ ਅਸੀਂ ਕਿਉਂ ਨਹੀਂ ਰੋ ਰੋ ਕੇ ਮਰ ਜਾਂਦੇ। ਆਖਾਂ ਜੀਵਾਂ ਵਿਸਰੇ ਮਰ ਜਾਓ। ਸਾਨੂੰ ਯਾਦ ਰਹਿਣਾ ਚਾਹੀਦਾ ਹੈ ਬੇਟਾ ਜੀ, ਜਿਹੜੀ ਤੁਸੀਂ ਪ੍ਰਾਇੋਰਟੀ ਵਾਲੀ ਗੱਲ ਕਹੀ ਹੈ ਨਾ, ਵੀ ਪਹਿਲੀ ਪ੍ਰਾਇੋਰਟੀ ਸਾਡਾ ਤੇ ਪਰਮਾਤਮਾ ਦਾ ਕਨੈਕਸ਼ਨ ਹੈ, ਬਾਕੀ ਸਾਰੀ ਦੁਨੀਆ ਜਿਹੜੀ ਹੈ ਉਹ ਪਿੱਛੇ ਹੈ। ਇੱਕ ਹੈ ਜਿਹੜੀ ਪ੍ਰਾਇੋਰਟੀ, ਜੇ ਅਗਰ ਅਸੀਂ ਇਹਨੂੰ ਆਪਣੀ ਸਭ ਤੋਂ ਵੱਡੀ ਪ੍ਰਾਇੋਰਟੀ ਬਣਾ ਲਈਏ। ਹਾਂ, ਵਿੱਚੋਂ ਕਿਸੇ ਨੇ ਕਿਹਾ ਸੀਗਾ ਕਿ ਰਿਸ਼ਤੇਦਾਰੀ ਵਿੱਚ ਕਈ ਵਾਰੀ ਸੰਗਤ ਮਿਲ ਜਾਂਦੀ ਹੈ, ਤੇ ਕਈ ਵਾਰੀ ਸੰਗਤ ਵਿੱਚ ਵੀ ਜਾ ਕੇ ਸਖਤ ਬੰਦੇ ਤੁਹਾਨੂੰ ਮਿਲ ਜਾਂਦੇ ਆ। ਤੁਹਾਨੂੰ ਇਹ ਮਤਲਬ ਡਿਟੈਚ ਹੋਣਾ ਪਏਗਾ, ਉਹਦੇ ਗੁਣ, ਸਿਰਫ ਗੁਣਾਂ ਨਾਲ ਅਟੈਚ ਹੋਣਾ ਪਏਗਾ। ਕਈ ਵਾਰੀ ਬੜੇ ਭੈੜੇ ਬੰਦੇ ਤੋਂ ਵੀ ਬੜੀ ਸੋਹਣੀ ਗੱਲ ਮਿਲ ਜਾਂਦੀ ਹੈ, ਤੇ ਕਈ ਵਾਰੀ ਬੜੇ ਸੰਗਤ ਕਰਨ, ਰੋਜ਼ ਸੰਗਤ ਕਰਨ ਵਾਲੇ ਕੋਲੋਂ ਕਈ ਵਾਰੀ ਬੜੀ ਭੈੜੀ ਚੀਜ਼ ਮਿਲ ਜਾਂਦੀ ਹੈ। ਵਾਹ ਜੀ, ਸਾਨੂੰ ਬਹੁਤ ਵਧੀਆ ਗੱਲ ਸੀ ਕਿ ਹਰੇਕ ਬੰਦੇ ਕੋਲੋਂ ਗੁਣ ਲੈ ਲੈਣਾ ਚਾਹੀਦਾ, ਗੈਸ ਨਾਲ ਜੁੜਨਾ ਚਾਹੀਦਾ ਜੀ। ਵਾਹ ਜੀ ਇੰਦਰਪਾਲ ਜੀ, ਸਾਨੂੰ ਗੁਬਾਰੇ ਦੇ ਰੰਗ ਨਾਲ ਨਹੀਂ ਜੁੜਨਾ ਚਾਹੀਦਾ, ਦੁਨੀਆ ਦੇ ਰੰਗਾਂ ਨਾਲ ਨਹੀਂ ਜੁੜਨਾ ਚਾਹੀਦਾ, ਕਿਉਂਕਿ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਸਾਨੂੰ ਸਿਰਫ ਆਪਣੀਆਂ ਪ੍ਰਾਇੋਰਟੀਆਂ ਜਿਹੜੀਆਂ, ਕਿਉਂਕਿ ਲਵਪ੍ਰੀਤ ਜੀ ਨੇ ਬੜਾ ਸੋਹਣਾ ਲਿਖਿਆ ਸੀ, ਜਨਨ ਪਿਤਾ ਲੋਕ ਸਤ ਬੰਤਾ, ਕੋਈ ਨਾ ਕਿਸ ਕੀ ਧਰਿਆ, ਕੋਈ ਕਿਸੇ ਦੀ ਨਹੀਂ ਕਰ ਸਕਦਾ। ਅਖੀਰਲੀ ਗੱਲ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਾਈ। ਜਿੱਥੇ ਕੋਈ ਸਾਈ ਨਹੀਂ ਹੁੰਦਾ, ਉੱਥੇ ਸਾਡਾ ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਕਨੈਕਸ਼ਨ ਸਹਾਈ ਹੁੰਦਾ। ਧੰਨਵਾਦ। ਅੰਕਲ ਨੇ ਬਹੁਤ ਹੀ ਵਧੀਆ ਵਿਚਾਰ ਕੀਤੇ ਕਿ ਸਾਨੂੰ ਕਦੀ ਕਦੀ ਸੰਗਤ ਚ ਜਾ ਕੇ ਵੀ ਐਸੇ ਸਾਕਤ ਲੋਕ ਮਿਲ ਜਾਂਦੇ ਨੇ, ਤੇ ਕਦੀ ਕਦੀ ਰਿਸ਼ਤੇਦਾਰੀ ਵਿੱਚ ਹੀ ਸੰਗਤ ਹੁੰਦੀ ਹੈ, ਤੇ ਅਸੀਂ ਪਹਿਲਾਂ ਹਰ ਬੰਦੇ ਨੂੰ ਦੇਖ ਲਈਏ, ਕਿਉਂਕਿ ਸਾਨੂੰ ਪਤਾ ਹੁੰਦਾ ਕਈਆਂ ਦਾ ਹਿਸਾਬ ਕਿਵੇਂ ਹੈ, ਕਿ ਉਹ ਮਾੜਾ ਇਨਸਾਨ ਹੈ ਜਾਂ ਚੰਗਾ। ਪਰ ਅਸੀਂ ਐਵੇਂ ਨਹੀਂ ਕਹਿਣਾ ਉਹ ਮਾੜਾ ਹੈ ਕਿ ਨਹੀਂ, ਕਿਉਂਕਿ ਸਾਨੂੰ ਦੱਸ ਰਹੇ ਨੇ ਗੁਰੂ ਜੀ ਕਿ ਮਾੜਾ ਵੀ ਕੋਈ ਨਹੀਂ ਹੈ ਤੇ ਵਧੀਆ ਵੀ ਕੋਈ ਨਹੀਂ ਹੈ, ਪਰ ਅਸੀਂ ਉਹਨਾਂ ਦੇ ਗੁਣਾਂ ਨਾਲ ਅਸੀਂ ਉਹਨਾਂ ਵਰਗੇ ਨਹੀਂ ਬਣ ਜਾਣਾ। ਅਸੀਂ ਉਹਨਾਂ ਦੇ ਗੁਣ ਜਿਹੜੀ ਕੋਈ ਚੰਗੀਆਂ ਗੱਲਾਂ ਨੇ, ਅਸੀਂ ਉਹਨਾਂ ਨਾਲ ਜੁੜਨਾ ਹੈ। ਅਸੀਂ ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈਗੀ ਹੈ, ਅਸੀਂ ਉਸ ਨਾਲ ਨਹੀਂ ਜੁੜਨਾ। ਹਾਂਜੀ, ਸੁਪਰਨਪ੍ਰੀਤ ਸਿੰਘ ਜੀ ਦਾ ਹੈਂਡ ਰੇਜ਼ ਹੈ ਜੀ, ਆਈ ਰਿਕੁਐਸਟ ਉਹਨਾਂ ਨੂੰ ਵੀ ਸਕਰੀਨ ਤੇ ਲਿਆਂਦਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਸੋਹਣੀ ਵਿਚਾਰ ਚੱਲ ਰਹੀ ਹੈ ਕਿ ਬਈ ਗੁਣਾਂ ਨੂੰ ਚੁਣਨਾ ਚਾਹੀਦਾ ਹੈ, ਅਵਗੁਣਾਂ ਨੂੰ ਤਿਆਗ ਦੇਣਾ ਚਾਹੀਦਾ ਹੈ। ਤੇ ਇੱਕ ਵੀਰ ਜੀ ਬੜੀ ਪਿਆਰੀ ਗੱਲ ਕਰ ਰਹੇ ਨੇ ਕਿ ਵੀ ਜਿਵੇਂ ਸਰਬਜੀਤ ਸਿੰਘ ਵੀਰ ਜੀ ਕਹਿੰਦੇ ਨੇ ਕਿ ਵੀ ਸਾਨੂੰ ਵੀ ਉਦਾਸੀਆਂ ਕਰਨੀਆਂ ਚਾਹੀਦੀਆਂ ਨੇ, ਆਪਣੇ ਵਿਚਾਰ ਅੱਗੇ ਰੱਖਣੇ ਚਾਹੀਦੇ ਨੇ। ਤੇ ਮੈਂ ਇੱਕ ਗੱਲ ਦੀ ਇਜਾਜ਼ਤ ਲੈਣਾ ਚਾਹੁੰਦੀ ਹਾਂ, ਛੋਟੀ ਜੀ, ਤੇ ਸੰਗਤ ਮੈਨੂੰ ਵੀਰ ਜੀ ਉਰਵਿੰਦਰ ਵੀਰ ਜੀ, ਪਰਵਿੰਦਰ ਵੀਰ ਜੀ, ਸੰਗਤ ਇਜਾਜ਼ਤ ਦੇ। ਤੇ ਇੱਕ ਮਨ ਦਾ ਵਿਚਾਰ ਸੀ, ਕੱਲ ਦੀ ਇੱਕ ਘਟਨਾ ਜਿਹੜੀ ਮਨ ਨੂੰ ਬੜੀ ਹੀ ਦੁਖਦ ਲੱਗ ਰਹੀ ਹੈ, ਉਹ 1 ਮਿੰਟ ਸ਼ੇਅਰ ਕਰਨਾ ਚਾਹੁੰਦੀ ਹਾਂ, ਜੇ ਇਜਾਜ਼ਤ ਹੈ ਤਾਂ। ਜੇ ਸੰਗਤ ਯਸ ਕਰੇ ਤਾਂ ਜ਼ਰੂਰ ਵਿਚਾਰ ਕਰੋ ਭੈਣ ਜੀ, ਜ਼ਰੂਰ ਜੀ। ਹਾਂਜੀ, ਇੱਕ ਛੋਟੀ ਜੀ ਗੱਲ ਹੈ। ਮੈਂ ਬਸ ਇੰਨਾ ਪੁੱਛਣਾ ਚਾਹੁੰਦੀ ਹਾਂ ਕਿ ਅਸੀਂ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਆਪਣੀ, ਅਗਰ ਕੋਈ ਦੂਰੋਂ ਆ ਰਿਹਾ, ਇਧਰੋਂ ਅਸੀਂ ਛਛਰੋਲੀ ਤੋਂ ਜਾ ਰਹੇ ਹਾਂ, ਉਧਰੋਂ ਕੋਈ ਯਮੁਨਾ ਨਗਰ ਤੋਂ ਆ ਰਿਹਾ, ਤੇ ਇੱਕ ਵਿੱਚ ਦਾ ਰਸਤਾ ਹੈ, ਤੇ ਉਹਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਬੈਠ ਕੇ ਡਾਕਟਰ ਪੁਸ਼ਪਿੰਦਰ ਸਿੰਘ ਜੀ ਦੀਆਂ ਬੁੱਕਸ ਤੇ ਇੱਕ ਲਾਈਫ ਸਕਿੱਲ ਤੇ ਸਟੱਡੀ ਕਰ ਰਹੇ ਹਾਂ, ਤੇ ਬੜਾ ਵੱਡਾ ਗੁਰਦੁਆਰਾ ਸਾਹਿਬ ਦੇ ਸਾਈਡ ਤੇ ਕੋਰਨਰ ਵਿੱਚ ਬੈਠੇ ਹਾਂ, ਤੇ ਸਾਨੂੰ 5 ਵਾਰੀ ਹੋ ਚੁੱਕੇ ਨੇ। ਤੇ ਕੱਲ ਸਾਨੂੰ ਦੋਨੋਂ ਬੀਬੀਆਂ ਸੀ ਦਸਤਾਰ ਬੰਦਿਆਂ, ਤੇ ਕੱਲ ਸਾਨੂੰ ਇੰਨੀ ਬੁਰੀ ਤਰ੍ਹਾਂ ਗੁਰਦੁਆਰਾ ਸਾਹਿਬ ਤੋਂ ਕੱਢਿਆ ਗਿਆ। ਪ੍ਰਧਾਨ ਜੀ ਨੇ ਇੰਨਾ ਬੁਰਾ ਭਲਾ ਬੋਲਿਆ
ਬਹੁਤ ਜ਼ਿਆਦਾ ਇਨਸਲਟ ਕੀਤੀ ਗਈ ਕਿ ਵੀ ਤੁਸੀਂ ਗੁਰਦੁਆਰਾ ਸਾਹਿਬ ਵਿੱਚ ਆ ਕੇ ਦੂਸਰੀ ਸਟੱਡੀ ਕਰਦੇ ਹੋ, ਨਾਮ ਨਹੀਂ ਜਪਦੇ। ਤੇ ਕੀ ਸਾਨੂੰ ਇਸ ਗੱਲ ਤੇ ਕੋਈ ਜਵਾਬ ਦੇਣਾ ਚਾਹੀਦਾ ਹੈ ਜਾਂ ਨਹੀਂ ਦੇਣਾ ਚਾਹੀਦਾ? ਅਸੀਂ ਅੱਜ ਮਨ 'ਚ ਵਿਚਾਰ ਬਣਾ ਰਹੇ ਸੀ ਕਿ ਉੱਥੇ ਜਾ ਕੇ ਗੱਲ ਕੀਤੀ ਜਾਏ ਕਿ ਨਾ ਕੀਤੀ ਜਾਏ। ਜਿਵੇਂ ਕਹਿੰਦੇ ਕਿ ਸੰਗਤ ਵਿੱਚ ਸਿਰਫ ਗੁਣ ਲੈ ਕੇ ਆਉਣੇ ਨੇ, ਪਰ ਕਈ ਵਾਰ ਗੱਲ ਇਤਨੀ ਜ਼ਿਆਦਾ ਦੁੱਖ ਜਾਂਦੀ ਹੈ। ਉਹਨਾਂ ਨੇ ਇੰਨਾ ਕਿਹਾ, ਸਾਨੂੰ ਸ਼ੁਰੂਆਤ ਹੀ ਇੱਥੋਂ ਕੀਤੀ, ਤੁਸੀਂ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਹੋ। ਫਿਰ ਸਾਨੂੰ ਕਿਹਾ ਗਿਆ ਕਿ ਬੀਬੀਆਂ ਦਸਤਾਰ ਬਣ ਕੇ ਆਉਂਦੀਆਂ ਨੇ ਤੇ ਗੁਰਦੁਆਰਾ ਸਾਹਿਬ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਕਰ ਜਾਂਦੀਆਂ ਨੇ ਕਿਸੇ ਵੀ ਰੂਪ ਵਿੱਚ ਆ ਕੇ। ਤਾਂ ਬਹੁਤ ਬਹੁਤ ਗਲਤ ਵਰਡ ਬੋਲ ਕੇ ਸਾਨੂੰ ਕਿਹਾ ਕਿ ਇੱਥੇ ਗੁਰਦੁਆਰੇ ਵਿੱਚ ਕਦੀ ਵੀ ਨਹੀਂ ਆਉਣਾ, ਕਿ ਜੇ ਗੁਰਦੁਆਰੇ ਵਿੱਚ ਕੋਈ ਹੋਰ ਸਟੱਡੀ ਕਰਨੀ ਹੈ ਤਾਂ ਬਸ ਇੰਨੀ ਕੁ ਗੱਲ ਦੱਸੀ ਜਾਏ ਕਿ ਗੁਰਦੁਆਰਾ ਸਾਹਿਬ ਵਿੱਚ ਕੁਝ ਹੋਰ ਬੈਠ ਕੇ ਸਿਰਫ ਨਾਮ ਤੋਂ ਇਲਾਵਾ ਜੇ ਅਸੀਂ ਕੋਈ ਸੰਗਤ ਕਰ ਰਹੇ ਹਾਂ ਉਹ ਨਹੀਂ ਕੀਤੀ ਜਾ ਸਕਦੀ। ਮੈਨੂੰ ਸਿਰਫ ਇਸ ਗੱਲ ਦਾ ਜਵਾਬ, ਅਗਰ ਐਸੇ ਮੈਂ ਮਾਫੀ ਮੰਗਦੀ ਹਾਂ ਕਿ ਗੁਰਬਾਣੀ ਤੋਂ ਇਲਾਵਾ ਅਸੀਂ ਆਪਣੀ ਕੋਈ ਗੱਲ ਕਰ ਰਹੇ ਹਾਂ, ਪਰ ਮੈਨੂੰ ਲੱਗਦਾ ਹੈ ਕਿ ਇਹ ਵੀ ਸਾਡੀ ਸੰਗਤ ਦੀ ਗੱਲ ਹੈ ਕਿ ਸਾਨੂੰ ਕੁਝ ਨਹੀਂ ਚਾਹੀਦੀ ਹੈ। ਮੇਰੇ ਮਨ 'ਚ ਇਹ ਵਿਚਾਰ ਆਇਆ, ਪਲੀਜ਼ ਮੈਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਏ। ਗੁਰਵਿੰਦਰ ਵੀਰ ਜੀ, ਭੈਣ ਜੀ ਮੈਨੂੰ ਨਾ ਉਹ ਗੱਲ ਯਾਦ ਆ ਰਹੀ ਹੈ, ਤੁਹਾਡੀ ਗੱਲ ਸੁਣ ਕੇ ਨਾ ਭਗਤ ਨਾਮਦੇਵ ਜੀ ਨੂੰ ਇੱਕ ਵਾਰੀ ਉਹਨਾਂ ਦਾ ਸ਼ਬਦ ਆ ਨਾ ਕਿ ਲੈ ਕੰਬਲੀ ਚਲਿਓ ਲਪਟਾਏ, ਹੈ ਨਾ, ਉਹਨਾਂ ਨੂੰ ਵੀ ਪਾਂਡਿਆਂ ਨੇ ਕੀ ਕੀਤਾ ਸੀ, ਬਾਹਰ ਕੱਢਦਾ ਸੀ ਵੀ ਤੁਸੀਂ ਇੱਥੇ ਦੂਸਰੀ ਬਾਣੀ ਨਹੀਂ ਪੜ੍ਹ ਸਕਦੇ, ਕੋਈ ਹੋਰ ਕੰਮ ਨਹੀਂ ਆ ਕੇ ਕਰ ਸਕਦੇ। ਇਹ ਜਿਹੜੇ ਸਾਡੇ ਸੋ ਕਾਲਡ ਪ੍ਰਧਾਨ ਨੇ ਨਾ, ਅਗਰ ਕੋਈ ਪ੍ਰਧਾਨ ਜੀ ਹੋਣ ਤਾਂ ਮੇਰੇ ਗੱਲ ਦਾ ਗੁੱਸਾ ਨਾ ਕਰਨ, ਇਹ ਭੈਣ ਜੀ ਸੱਚੀ ਗੱਲ ਹੈ ਕਿ ਅੱਜ ਕੱਲ ਦੇ ਜਿਹੜੇ ਪ੍ਰਧਾਨ ਨੇ ਨਾ, ਸੋ ਕਾਲਡ ਪ੍ਰਧਾਨ ਨੇ, ਉਹ ਮਾਇਆ ਵਾਲੇ ਪਾਸੇ ਸਿਰਫ ਮਾਇਆ ਇਕੱਠੀ ਕਰਨ ਵੀ ਸਾਡੀ ਮਾਇਆ ਜਿਹੜੀ ਹੈ ਨਾ, ਕਿਸੇ ਇੱਕ ਸੰਗਤ ਨੇ ਵੀ ਕਹਿ ਦਿੱਤਾ ਨਾ ਵੀ ਇਹ ਕੱਚੀ ਬਾਣੀ ਹੈ ਜਾਂ ਹੋਰ ਵਿਚਾਰ ਕਰ ਰਿਹਾ ਹੈ, ਤੇ ਉਹ ਪ੍ਰਧਾਨ ਜੀ ਦਾ ਦਿਮਾਗ ਘੁੰਮ ਜਾਂਦਾ, ਉਹ ਦੂਜੇ ਪਾਸੇ ਚੱਲਣਾ ਸ਼ੁਰੂ ਕਰਦਾ। ਉਹ ਨਹੀਂ ਦੇਖਦੇ ਵੀ ਇਹ ਵਿਚਾਰ ਬਾਕੀ ਸਾਰੀ ਸੰਗਤ ਕੋਲ ਬਹੁਤ ਸਾਰੀ ਜਾ ਰਹੀ ਹੈ। ਸਾਡੇ ਨਾ ਕੌਮ ਦੀ ਤਰਾਸਦੀ ਹੈ ਕਿ ਕੋਈ ਇੱਕ ਬੰਦਾ ਵੀ ਵਿੱਚੋਂ ਕੋਈ ਕਿਸੇ ਨੂੰ ਉਂਗਲ ਕਰ ਦਿੰਦਾ ਨਾ, ਤੇ ਉਹ ਇਧਰਲੇ ਪਾਸੇ ਤੁਰ ਪੈਂਦੇ ਨੇ। ਉਹ ਜਿਹੜਾ ਪ੍ਰਸੰਗ ਹੈ ਨਾ ਭਗਤ ਨਾਮਦੇਵ ਜੀ ਵਾਲਾ, ਉਹ ਯਾਦ ਕਰ ਲੈਣਾ ਚਾਹੀਦਾ। ਉਹ ਪਾਤਸ਼ਾਹ ਕਹਿੰਦੇ ਨੇ, ਉਹ ਜੋ ਭਗਤ ਜੀ ਪਿੱਛੇ ਜਾ ਕੇ ਬਹਿ ਗਏ ਸੀ ਤੇ ਗੁਰੂ ਪਾਤਸ਼ਾਹ ਨੇ ਸਾਰਾ ਦਿਉਰਾ ਘੁਮਾਤਾ ਸੀ। ਅਗਰ ਤੁਹਾਨੂੰ ਲੱਗਦਾ ਨਾ ਕਿ ਗੁਰਦੁਆਰਾ ਸਾਹਿਬ 'ਚ ਨਹੀਂ ਵਿਚਾਰ ਕਰਨ ਦੇ ਰਹੇ, ਤਾਂ ਉਹ ਮੈਨੂੰ ਲੱਗਦਾ ਕੋਈ ਹੋਰ ਜਗ੍ਹਾ ਲੱਭ ਲੈਣੀ ਚਾਹੀਦੀ ਹੈ ਜੀ ਵਿਚਾਰ ਆਪਣੇ ਦੇਣ ਵਾਸਤੇ, ਉਹ ਨਹੀਂ ਛੱਡਣੇ ਚਾਹੀਦੇ। ਕੁਛ ਡਾਕਟਰ ਪੁਸ਼ਪਿੰਦਰ ਸਿੰਘ ਦੀਆਂ ਕਿਤਾਬਾਂ ਜਿਹੜੀਆਂ ਪੈਰੈਂਟਿੰਗ ਦੇ ਨੇ, ਜਾਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ ਜੀ, ਉਹ ਵਿਚਾਰ ਬਹੁਤ ਪਿਆਰੀ ਹੈ ਤੇ ਖੁੱਲ ਕੇ ਕਰਨੀ ਚਾਹੀਦੀ ਹੈ ਜੀ, ਬਿਲਕੁਲ ਘਬਰਾਉਣਾ ਨਹੀਂ ਚਾਹੀਦਾ। ਇਹ ਸਾਡੇ ਜਦੋਂ ਅਸੀਂ ਇਸ ਵੱਲ ਤੁਰਦੇ ਹਾਂ ਨਾ, ਮੈਨੂੰ ਭਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲਿਆਂ ਦੀ ਯਾਦ ਆਉਂਦੀ ਹੈ। ਉਹ ਕਹਿੰਦੇ, ਮਤ ਸੋਚਣਾ ਕਿ ਸੰਗਤ ਨੇ ਤੁਹਾਡੇ ਗਲਾਂ 'ਚ ਫੁੱਲਾਂ ਦੇ ਹਾਰ ਪਾਣੇ ਨੇ, ਤੇ ਕਹਿੰਦੇ ਬਹੁਤ ਵਾਰੀ ਫੁੱਲਾਂ ਦੇ ਹਾਰ ਹੀ ਪੈਣਗੇ ਤੇ ਬਹੁਤ ਵਾਰੀ ਜੁੱਤੀਆਂ ਵੀ ਪੈਣਗੀਆਂ, ਉਹਦੇ ਲਈ ਤਿਆਰ ਰਹਿਣਾ ਇਸ ਫੀਲਡ 'ਚ ਚੱਲਣਾ ਦਾ। ਤੇ ਮੈਨੂੰ ਉਹਨਾਂ ਦੀ ਗੱਲ ਹਮੇਸ਼ਾ ਬੜੀ ਪ੍ਰੇਰਨਾ ਕਰਦੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਸਾਡੇ ਨਾਲ ਹੋਣੀਆਂ ਹੀ ਹੋਣੀਆਂ ਨੇ। ਗੁਰੂ ਨਾਨਕ ਸਾਹਿਬ ਨੂੰ ਛੱਡਿਆ ਨਹੀਂ ਸੀ, ਅਸੀਂ ਕੀ ਚੀਜ਼ ਆ ਜੀ। ਇਸ ਕਰਕੇ ਤਗੜੇ ਹੋ ਕੇ ਚੱਲੋ ਜੀ, ਕੋਈ ਪਾਤਸ਼ਾਹ ਨਹੀਂ ਤੁਹਾਡੇ ਮਗਰ, 10 ਪਾਤਸ਼ਾਹਾਂ ਦਾ ਹੱਥ ਜਿਹੜਾ ਉਹ ਹਮੇਸ਼ਾ ਰਹੇਗਾ, ਔਰ ਇਹੋ ਜਿਹੀਆਂ ਚੀਜ਼ਾਂ ਸਾਡੇ ਨਾਲ ਹੁੰਦੀਆਂ ਰਹਿਣਗੀਆਂ ਜੀ। ਵਾਹ ਜੀ। ਗੁਰਵੀਰ ਵੀ ਜੀ ਕੁਝ ਕਹਿਣਾ ਚਾਹੁੰਦੇ ਆ ਜੀ, ਉਹਨਾਂ ਨੂੰ ਸਪੋਰਟ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਇਸ ਤਰ੍ਹਾਂ ਹੈ, ਜਿਹੜੀ ਤੁਹਾਡੀ ਪ੍ਰੋਬਲਮ ਹੈਗੀ ਹੈ ਉਹ ਬਿਲਕੁਲ ਜੈਨੂਅਨ ਹੈ ਵੀ ਠੀਕ ਹੈ, ਤੁਸੀਂ ਜਾਣਦੇ ਹੋ, ਤੁਸੀਂ ਸਹੀ ਕੰਮ ਕਰਦੇ ਹੋ, ਸਹੀ ਬੁੱਕਸ ਪੜ੍ਹਦੇ ਹੋ। ਐਸਾ ਕੋਈ ਇਸ਼ੂ ਹੈ ਨਹੀਂ ਕਿ ਗੁਰਦੁਆਰੇ ਵਿੱਚ ਇਹ ਚੀਜ਼ਾਂ ਅਲਾਉਡ ਨਹੀਂ ਹੈਗੀਆਂ ਜਾਂ ਨਹੀਂ ਹੋਣੀ ਚਾਹੀਦੀਆਂ। ਅਲਾਉਡ ਵੀ ਹੈਗੀਆਂ ਨੇ, ਹੋਣੀਆਂ ਵੀ ਚਾਹੀਦੀਆਂ ਨੇ, ਬਟ ਹਰ ਇਨਸਾਨ ਦੀ ਮਤ ਆਪਣੀ ਆਪਣੀ ਹੈਗੀ ਹੈ। ਅਸੀਂ ਕਿਸੇ ਦੀ ਮਤ ਨੂੰ ਆਪਣੇ ਮੁਤਾਬਕ ਚੇਂਜ ਨਹੀਂ ਕਰ ਸਕਦੇ। ਕੋਈ ਬੰਦਾ ਇਹ ਸੋਚਦਾ ਹੈ ਕਿ ਸਿਰਫ ਗੁਰਦੁਆਰੇ ਆ ਕੇ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਪੜ੍ਹ ਲਿਆ ਜਾਂ ਪਾਠ ਹੀ ਕਰ ਲਿਆ ਉਹੀ ਠੀਕ ਹੈ। ਅਗਰ ਉਹੀ ਚੀਜ਼ ਹੈ ਫਿਰ ਤਾਂ ਬੜੇ
ਜਿਹੜੇ ਡਿਫਰੈਂਟ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ, ਜਿੱਦਾਂ ਅਸੀਂ ਆਨੰਦਮਈ ਪਰਿਵਾਰਕ ਜੀਵਨ ਕਰਦੇ ਹਾਂ ਸੁਕ੍ਰਿਤ ਵੱਲੋਂ, ਉਹ ਹੋਣਾ ਹੀ ਨਹੀਂ ਚਾਹੀਦਾ। ਸਾਡੀ ਪਿਛਲੇ ਟਰਾਈ ਰਹੀ ਹੈ 4-5 ਸਾਲ ਰੈਗੂਲਰ ਹੁੰਦਾ ਰਿਹਾ। ਸੋ ਇਹ ਵੀ ਹਰ ਜਗ੍ਹਾ ਤੇ ਅਲਾਉਡ ਨਹੀਂ ਹੁੰਦਾ, ਹਰ ਪ੍ਰਬੰਧਕ ਅਲਾਉਡ ਨਹੀਂ ਕਰਦੇ। ਇਹ ਆਪਣਾ ਆਪਣਾ ਸੋਚਣ ਦਾ ਨਜ਼ਰੀਆ ਹੈ, ਇਹਨੂੰ ਆਪਣੇ ਦਿਮਾਗ ਤੇ ਨਾ ਬੋਝ ਪਾਓ ਕਿਸੇ ਤਰੀਕੇ ਦਾ ਵੀ। ਤੇ ਤੁਸੀਂ ਇੱਕ ਚੀਜ਼ ਹੋਰ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਅੱਜ ਜਾ ਕੇ ਗੱਲ ਕਰਨ ਦੀ ਸੋਚਦੇ ਆ, ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਇਹੀ ਕਿਹਾ ਗਿਆ, ਮੂਰਖ ਸੰਗ ਨਾ ਉਲਝੋ। ਸਾਨੂੰ ਮੂਰਖਾਂ ਨਾਲ ਵਿੱਚ ਫਸਣ ਦੀ ਲੋੜ ਨਹੀਂ ਹੈਗੀ। ਅਗਰ ਅਸੀਂ ਉੱਥੇ ਆਪਣਾ ਪੁਆਇੰਟ ਆਫ ਵਿਊ ਦੇਾਂਗੇ, ਉਹਨਾਂ ਨੂੰ ਸਮਝ ਨਹੀਂ ਆਣਾ। ਇਸ ਵਾਸਤੇ ਆਪਣੀ ਮਤ ਨੂੰ ਖਰਾਬ ਨਾ ਕਰੋ, ਆਪਣੇ ਆਪ ਨੂੰ ਸ਼ਾਂਤ ਰੱਖੋ, ਆਪਣੇ ਮਨ ਨੂੰ ਤਸੱਲੀ ਦਿਓ। ਵਾਹਿਗੁਰੂ ਕੁਝ ਕੰਮ ਸਾਡੇ ਬੈਨੀਫਿਟ ਵਾਸਤੇ ਵੀ ਕਰਦਾ ਹੈ। ਅਗਰ ਉਹਨਾਂ ਨੇ ਕੁਝ ਇਹ ਚੀਜ਼ ਕੀਤੀ ਹੈ ਤੇ ਇਹਦੇ ਵਿੱਚ ਵੀ ਸਾਡਾ ਕੁਝ ਭਲਾ ਹੋਏਗਾ। ਹੋ ਸਕਦਾ ਅਸੀਂ ਹੋਰ ਕਿਧਰੇ ਬਹਿ ਕੇ 2 ਦੀ ਜਗ੍ਹਾ 4 ਬੰਦੇ 6 ਬੰਦੇ ਹੋਰ ਇਸ ਤੋਂ ਵਧੀਆ ਵਿਚਾਰ ਕਰ ਸਕੀਏ, ਹੋਰ ਇਸ ਤੋਂ ਬੈਟਰ ਆਪਸ਼ਨ ਸਾਡੇ ਕੋਲ ਆ ਜਾਣ। ਇਸ ਵਾਸਤੇ ਇਹ ਤਾਂ ਸੋਚੋ ਹੀ ਨਹੀਂ ਕਿ ਅਸੀਂ ਇਹ ਕਰਨਾ ਨਹੀਂ ਕਰਨਾ ਹੈ। ਠੀਕ ਹੈ, ਕਿਧਰੇ ਹੋਰ 2 ਬੰਦੇ ਹੋਰ ਰਲ ਜਾਓ, 4 ਬੈਠ ਜਾਓ, ਕਿਧਰੇ ਵੀ ਕਰ ਲਓ, ਕੋਈ ਦਿੱਕਤ ਨਹੀਂ। ਬਟ ਉਹਨਾਂ ਨਾਲ ਜਾ ਕੇ ਉਲਝਣ ਦੀ ਲੋੜ ਨਹੀਂ ਹੈਗੀ। ਉਹ ਅਸੀਂ ਆਪਣਾ એનર્ਜੀ ਵੇਸਟ ਕਰਨੀ ਹੈ, ਆਪਣੇ ਮਨ ਦੀ ਸ਼ਾਂਤੀ ਗਵਾਣੀ ਹੈ, ਆਪਣੇ ਜਿਹੜੀ ਅਸੀਂ ਕੰਫਰਟ ਜ਼ੋਨ ਅਸੀਂ ਆਪਣਾ ਛੱਡ ਕੇ। ਤੇ ਇਹਦਾ ਮਤਲਬ ਉਹਦੇ ਕੋਲੋਂ ਸਾਡੀ ਚਾਬੀ ਹੋ ਗਈ ਸਾਡੇ ਦਿਮਾਗ ਦੀ, ਜਦੋਂ ਮਰਜ਼ੀ ਸਾਨੂੰ 2 ਗੱਲਾਂ ਕਰੇ ਤੇ ਸਾਡਾ ਦਿਮਾਗ ਐਕਸਾਈਟ ਕਰ ਲਵੇ, ਅਸੀਂ ਔਖੇ ਹੋ ਕੇ ਬੋਲਣਾ ਸ਼ੁਰੂ ਕਰ ਦਈਏ। ਅਸੀਂ ਆਪਣੇ ਕੰਟਰੋਲ ਦੀ ਚਾਬੀ ਦੂਸਰੇ ਨੂੰ ਨਹੀਂ ਦੇਣੀ, ਉਹ ਸਾਡੇ ਕੋਲ ਹੈ। ਇਸ ਵਾਸਤੇ ਆਪਣੇ ਮਨ ਨੂੰ ਸ਼ਾਂਤ ਰੱਖੋ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਥੈਂਕ ਯੂ ਬਹੁਤ ਬਹੁਤ। ਹੁਣ ਕੁਝ ਸ਼ਾਂਤੀ ਮਿਲੀ ਹੈ ਇਸ ਚੀਜ਼ ਨੂੰ ਸੁਣ ਕੇ। ਵਾਹਿਗੁਰੂ ਕਿਰਪਾ। ਬਹੁਤ 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 ਧੰਨਵਾਦ, ਬਹੁਤ ਬਹੁਤ ਧੰਨਵਾਦ। ਮੈਨੂੰ ਲੱਗਦਾ ਹੈ ਜਿਹੜਾ ਸ਼ਲੋਕ ਅਸੀਂ ਪੜਿਆ ਹੈ, ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਇਹ ਸਾਰੀ ਵਿਚਾਰ ਇਹ ਭੈਣ ਜੀ ਦਾ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈ, ਇਹ ਕੋਈ ਵਿਚਾਰ ਕੀਤੀ ਹੈ ਜੋ ਕਬੀਰ ਜੀ ਸ਼ਲੋਕ ਵਿੱਚ ਦੱਸ ਰਹੇ। ਮੋਤੀ ਬੀਥਰੇ ਹਨ, ਪਰ ਅੰਧੇ ਮਨੁੱਖ ਜੋ ਹਨ ਉਹ ਉਹਨਾਂ ਨੂੰ ਮੋਤੀ ਦਿਖਾਈ ਨਹੀਂ ਪੈਂਦੇ ਤੇ ਉਹ ਆਪਣਾ ਅੰਧਾਪਨ ਜ਼ਰੂਰ ਦਿਖਾਉਂਦੇ ਹਨ। ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣੀ ਆਵੇ ਆਪ ਲਿਖਾਏ। ਉਹ ਆਪਣੇ ਆਪ ਨੂੰ ਜ਼ਰੂਰ ਦੱਸ ਦਿੰਦੇ ਹਨ ਵੀ ਮੈਂ ਅੰਧਾ ਹਾਂ, ਮੋਤੀ ਉਹਨਾਂ ਨੂੰ ਨਜ਼ਰ ਹੀ ਨਹੀਂ ਪੈਂਦੇ। ਸੋ ਇਹ ਵਿਚਾਰ ਜੋ ਹੈ ਭੈਣ ਜੀ ਨੂੰ ਵੀਰ ਜੀ ਨੇ, ਗੁਰਵੀਰ ਜੀ ਨੇ, ਅਰਵਿੰਦਰ ਜੀ ਨੇ ਬੜੀ ਚੰਗੀ ਤਰ੍ਹਾਂ ਦੱਸੀ ਹੈ ਵੀ ਗੁਰੂ ਨਾਨਕ ਪਾਤਸ਼ਾਹ ਵੀ ਉਹਨਾਂ ਨੂੰ ਕੋਈ ਕਹੇ ਭੂਤਨਾ ਕੋ ਬੇਤਾਲਾ, ਕੋਈ ਉਹਨਾਂ ਨੂੰ ਭੂਤਨਾ ਕਹਿ ਰਿਹਾ ਹੈ, ਕੋਈ ਬੇਤਾਲਾ ਕਹਿ ਰਿਹਾ ਹੈ, ਬੌਰਾਨਾ ਕਹਿ ਰਿਹਾ ਹੈ। ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾ। ਭਗਤ ਨਾਮਦੇਵ ਜੀ ਦਾ ਸਾਨੂੰ ਸਾਰੀ ਸੇਧ ਜੋ ਹੈ ਹਰ ਵੇਲੇ ਹਰ ਥਾਂ ਗੁਰਬਾਣੀ ਹਮੇਸ਼ਾ ਦਿੰਦੀ ਰਹੇਗੀ। ਸਾਨੂੰ ਉਹ ਸ਼ਬਦ ਨਾਲ ਜੁੜੇ ਰਹਿਣਾ ਚਾਹੀਦਾ ਹੈ ਜੀ। ਆਪਣਾ ਸੇਵਾ ਤੇ ਸਿਮਰਨ ਤੇ ਸ਼ਬਦ ਦੀ ਵਿਚਾਰ ਜੇ ਸਾਡੇ ਕੋਲ ਹੈ ਤੇ ਸਾਨੂੰ ਜ਼ਰੂਰ ਉਹ ਆਪਣੇ ਸ਼ਬਦ ਦੀ ਅਗਵਾਈ ਵਿੱਚ ਕਰਨੀ ਚਾਹੀਦੀ ਹੈ। ਵਾਹਿਗੁਰੂ ਜੀ। ਸਮਾਂ ਕਾਫੀ ਹੋ ਗਿਆ ਜੀ, ਤੇ ਆਈ ਰਿਕਵੈਸਟ ਇੰਦਰਪਾਲ ਵੀਰ ਜੀ ਨੂੰ ਕਿ ਉਹ ਸ਼ਲੋਕ ਪੜ੍ਹ ਦੇਣ ਜੀ ਇੱਕ ਵਾਰ ਫਿਰ। ਉਹਨਾਂ ਨੂੰ ਸਪੋਟ ਕੀਤਾ ਜਾਏ ਜੀ ਪਲੀਜ਼, ਜੇ ਉਹ ਹੈਗੇ ਨੇ ਤਾਂ। ਕਬੀਰ ਸਭ ਜਗ ਹੋਂ ਫਿਰਿਓ, ਮਾਂਦਲ ਕੰਦ ਚੜਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਕਬੀਰ ਸਭ ਜਗ ਹੋਂ ਫਿਰਿਓ, ਮਾਂਦਲ ਕੰਦ ਚੜਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ।
मार्ग मोती बिथरे अंधा निकस्यो आए, जोत बिना जगदीश की जगत उलंघे जाए। मार्ग मोती बिथरे अंधा निकस्यो आए, जोत बिना जगदीश की जगत उलंघे जाए। बूढ़ा बंस कबीर का उपजो पूत कमाल, हर का सिमरन छाड़ के कर ले आया माल। बूढ़ा बंस कबीर का उपजो पूत कमाल, हर का सिमरन छाड़ के कर ले आया माल। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕੀ ਫਤਿਹ।